ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਹੀ ਸਚ ਨਾਨਕ ਹੋਸੀ ਭੀ ਸਚ ਚਕਰ ਚਿਹਨ ਹਰ ਬਰਨ ਜਾਤ ਹਰ ਪਾਤ ਨਹਨ ਜਿਹ ਰੂਪ ਰੰਗ ਹਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਹਮੇ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹਿ ਪਾਪੀ ਪੜਦਾ ਕਹਿ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੋਹਿ ਸੰਸਾਰ ਨਾਹੀਂ ਦਇਆਲ ਮੋਹਿ ਸੰਸਾਰ ਪਾਪੀ ਫਰੀਦਾ ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ਼ ਗੁਣਹੀਨ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ਼
ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਅਮਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਤੋਵੈ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਹਉ ਭਾਲ ਵਿਕੁੰਨੀ ਹੋਈ ਆਧੇਰੈ ਰਾਹੁ ਨਾ ਕੋਈ। ਵਿੱਚ ਹਉ ਮੈਂ ਕਰ ਦੁਖ ਰੋਈ ਕਹੁ ਨਾਨਕ ਕਿਨ ਬਿਧ ਗਤ ਹੋਈ। ਵਿੱਚ ਹਉ ਮੈਂ ਕਰ ਦੁਖ ਰੋਈ ਕਹੁ ਨਾਨਕ ਕਿਨ ਬਿਧ ਗਤ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜਾਗਦੀ ਜੋਤ ਦੀਨਾ ਬੰਧੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਮਹਾਨ ਤਪ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਵਿਖੇ ਇਹ ਸੰਗਤ ਦੀਆਂ ਘੜੀਆਂ ਦਾ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ ਹੈ। ਸੱਚੇ ਪਾਤਸ਼ਾਹ ਜੀ ਦੇ ਦਰਬਾਰ ਅੰਦਰ ਤੁਰਕੀ ਬਾਣੀ ਦੀ ਕਥਾ ਦਾ ਸਮਾਂ ਹੈ। ਪਿਆਰ ਸ਼ਰਧਾ ਨਾਲ ਸਤਿਗੁਰੂ ਜੀ ਦਾ ਅੰਮ੍ਰਿਤ ਉਪਦੇਸ਼ ਮਨ ਇਕਾਗਰ ਕਰਕੇ ਸਰਵਣ ਕਰੀਏ।
ਹਜ਼ੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚੇ ਪਾਤਸ਼ਾਹ ਜਗਤ ਦੇ ਮਾਲਕ ਗਰੀਬ ਨਵਾਜ ਕਲਯੁਗ ਦੇ ਤਾਰਨਹਾਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਰਾਗ ਮਾਝ ਦੀ ਵਾਰ ਦੇ ਅੰਦਰ ਸੱਚੇ ਪਾਤਸ਼ਾਹ ਜੀਏ 16ਵੀਂ ਪੌੜੀ ਮਹਾਰਾਜ ਸਮੇਤ ਸ਼ਲੋਕਾਂ ਦੇ ਜਿਹਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਮਹੱਲਾ ਦਰਜ ਕੀਤਾ ਹੈ। ਸਿੱਖਾਂ ਦੇ ਪ੍ਰਸ਼ਨ ਕਰਨ ਤੋਂ ਹਜ਼ੂਰ ਨੇ ਉੱਤਰ ਦਿੱਤੇ ਸਨ। ਸੱਚੇ ਪਾਤਸ਼ਾਹ ਜੀ ਆਪਣੀ ਪਰਮ ਪਵਿੱਤਰ ਰਸਨਾ ਤੋਂ ਹਜ਼ੂਰ ਅੰਮ੍ਰਿਤ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਲ ਕਾਤੀ ਰਾਜੇ ਕਾ ਸਾਈ। ਇਹ ਸ਼ਬਦ ਸਤਿਗੁਰਾਂ ਜੀ ਨੇ ਸਾਧ ਸੰਗਤ ਜੀ ਅਚਲ ਸਾਹਿਬ ਵਿੱਚ ਮਹਾਰਾਜ ਉਚਾਰਨ ਕੀਤਾ ਹੈ। ਗਰੀਬ ਨਵਾਜ ਸਤਿਗੁਰਾਂ ਜੀ ਨੇ ਜਦੋਂ ਸਭ ਸਿੱਧਾਂ ਦੇ ਉੱਤੇ ਫਤਿਹ ਪਾਈ, ਇਹਨਾਂ ਨੇ ਹਜ਼ੂਰ ਦੇ ਨਾਲ ਬਹੁਤ ਸਾਰੀ ਚਰਚਾ ਕੀਤੀ, ਆਪਣੀਆਂ ਸ਼ਕਤੀਆਂ ਵੀ ਵਿਖਾਈਆਂ ਜੋ ਆਪਾਂ ਪਿੱਛੇ ਵੀ ਪ੍ਰਕਰਨ ਆਏ ਬਟਾਲੇ ਦੇ ਅਚਲ ਸਾਹਿਬ ਦੇ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਇਹਨਾਂ ਨੇ ਬਹੁਤ ਸਾਰੇ ਪ੍ਰਸ਼ਨ ਕੀਤੇ। ਜਦੋਂ ਸਾਰੇ ਸਿੱਧਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਿਸੇ ਦੇਵੀ ਦੇਵਤੇ ਦਾ ਅਵਤਾਰ ਨਹੀਂ, ਇਹ ਤਾਂ ਆਪ ਖੁਦ ਨਿਰੰਕਾਰ ਹਨ। ਪਹਿਲਾਂ ਤਾਂ ਮਹਾਰਾਜ ਦੇ ਨਾਲ ਇਹ ਸ਼ਕਤੀਆਂ ਦਿਖਾ ਕਰਕੇ ਜਿੱਤਣਾ ਚਾਹੁੰਦੇ ਸੀ ਤੇ ਇਹੀ ਅਨੁਮਾਨ ਸੀ ਕਿ ਕੋਈ ਸ਼ਕਤੀ ਵਾਲਾ ਪੁਰਖ ਹੋਏਗਾ, ਆਪਾਂ ਜਿੱਤ ਲਾਂਗੇ। ਪਰ ਸਾਰੇ ਸਿੱਧਾਂ ਨੇ ਜਦੋਂ ਮਨ ਵਿੱਚ ਵਿਚਾਰਿਆ, ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਤਾਂ ਆਪ ਨਿਰੰਕਾਰ ਨੇ ਤੇ ਪਰਮੇਸ਼ਰ ਨੂੰ ਕੀ ਜਿੱਤਿਆ ਜਾ ਸਕਦਾ ਹੈ। ਫਿਰ ਸਾਰੇ ਸਿੱਧ ਜਿਹੜੇ ਸੀ ਉਹ ਮਾਣ ਛੱਡ ਕੇ ਮਹਾਰਾਜ ਦੇ ਚਰਨੀ ਪਏ। ਭਾਈ ਅਜਿੱਤਾ ਜੀ ਦੇ ਬੇਨਤੀ ਕਰਨ ਤੋਂ ਸਤਿਗੁਰਾਂ ਨੇ ਇਹਨਾਂ ਦੀਆਂ ਸ਼ਕਤੀਆਂ ਵੀ ਫਿਰ ਵਾਪਸ ਕਰ ਦਿੱਤੀਆਂ। ਇਹਨਾਂ ਨੇ ਫਿਰ ਮਹਾਰਾਜ ਜੀ ਨੂੰ ਬੇਨਤੀ ਕਰਕੇ ਪੁੱਛਿਆ, ਸੱਚੇ ਪਾਤਸ਼ਾਹ ਜੀ ਕਲਯੁਗ ਦੇ ਵਿੱਚ ਕੈਸਾ ਵਰਤਾਰਾ ਹੈ? ਮਹਾਰਾਜ ਆਪ ਜੀ ਦਾ ਅਵਤਾਰ ਕਿਹੜੇ ਕਾਰਜ ਨੂੰ ਲੈ ਕਰਕੇ ਹੋਇਆ ਹੈ? ਕਿਉਂਕਿ ਸਤਿਗੁਰਾਂ ਜੀ ਨੇ ਇਹ ਅਵਤਾਰ ਧਾਰਿਆ, ਸਿੱਧਾਂ ਨੂੰ ਪਤਾ ਲੱਗ ਗਿਆ ਕਿ ਮਹਾਰਾਜ ਜੀ ਹੁਣ ਨਿਰੰਕਾਰ ਆਪ ਆਏ ਆ ਰੂਪ ਧਾਰ ਕੇ ਗੁਰੂ ਨਾਨਕ ਸਾਹਿਬ ਦਾ, ਤੇ ਫਿਰ ਖਾਸ ਹੀ ਕਾਰਜ ਵਾਸਤੇ ਆਏ ਹੋਣਗੇ ਨਾ। ਇਹ ਸਿੱਧਾਂ ਨੇ ਮਹਾਰਾਜ ਜੀ ਨੂੰ ਪੁੱਛਿਆ, ਮਹਾਰਾਜ ਕਿਹੜੇ ਕਾਰਜ ਨੂੰ ਲੈ ਕਰਕੇ ਆਪ ਦਾ ਅਵਤਾਰ ਹੋਇਆ ਹੈ? ਥੋੜੀ ਜੀ ਆਵਾਜ਼ ਚੀਕ ਮਾਰਦੇ ਨੂੰ ਕੋ ਠੀਕ ਕਰ ਦਿਓ। ਜਿਵੇਂ ਮਹਾਰਾਜ ਜੀ ਨੇ 10ਵੇਂ ਜਾਮੇ ਵਿੱਚ ਵੀ ਸਤਿਗੁਰਾਂ ਜੀ ਨੇ ਆਪਣੇ ਅਵਤਾਰ ਧਾਰਨ ਦਾ ਮਹਾਰਾਜ ਜੀ ਕਾਰਨ ਲਿਖਿਆ ਹੈ। ਮਹਾਰਾਜ ਸਾਹਿਬ ਜੀ ਨੇ ਕਿਹਾ, ਇਹ ਕਾਰਨ ਪ੍ਰਭ ਹਮੈ ਬਨਾਇਓ, ਤਬ ਮੈਂ ਜਗਤ ਜਨਮ ਧਾਰੇ ਆਇਓ। ਗੁਰੂ ਮਹਾਰਾਜ ਜੀ ਨੇ ਕਾਰਨ ਦੱਸਿਆ। ਥੋੜੀ ਜਿਹੀ ਚੀਕ ਵੱਜਦੀ, ਥੋੜੀ ਘੱਟ ਕਰ ਦਿਓ। ਮਹਾਰਾਜ ਜੀ ਨੇ ਆਪਣੀ ਕਲਮ ਨਾਲ ਆਖਿਆ, ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ, ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨ ਮੰਗ, ਧਰਮ ਚਲਾਵਨ ਸੰਤ ਉਬਾਰਨ,
ਦੁਸ਼ਟ ਸਬਨ ਕਉ ਮੂਲ ਉਪਾਰਨ। ਮਹਾਰਾਜ ਜੀ ਨੇ ਆਪਣੇ ਅਵਤਾਰ ਧਾਰਨ ਦਾ ਕਾਰਨ ਸੱਚੇ ਪਾਤਸ਼ਾਹ ਨੇ ਦੱਸਿਆ ਕਿ 10ਵੇਂ ਜਾਮੇ ਵਿੱਚ ਸਾਡਾ ਕੀ ਕਾਰਨ ਹੈ ਇਸ ਸੰਸਾਰ ਤੇ ਆਉਣ ਦਾ। ਮਹਾਰਾਜ ਜੀ ਨੇ ਇਹ ਸਤਿਗੁਰਾਂ ਜੀ ਨੇ 10 ਸਰੂਪ ਧਾਰਨ ਕੀਤੇ ਹੈ। ਤਾਂ ਸਤਿਗੁਰਾਂ ਜੀ ਨੇ ਆਪਣੇ ਪਹਿਲੇ ਸਰੂਪ ਦੇ ਬਾਬਤ ਦੱਸਿਆ ਕਿ ਸਾਡਾ ਅਵਤਾਰ ਜਿਹੜਾ ਹੈ ਉਹ ਕਿਸ ਕਾਰਜ ਨੂੰ ਲੈ ਕਰਕੇ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਪਹਿਲਾਂ ਕਲਯੁਗ ਦਾ ਅਵਤਾਰਾ ਮਹਾਰਾਜ ਜਿਵੇਂ ਕਥਨ ਕਰਦੇ ਹੈ, ਹਜੂਰ ਫਰਮਾਉਂਦੇ ਹਨ, ਕਲ ਕਾਤੀ ਰਾਜੇ ਕਾ ਸਾਈ। ਮਹਾਰਾਜ ਕਹਿੰਦੇ ਹੈ ਸਿੱਧੋ ਜਿਹੜੀ ਕਲਯੁਗ ਦੀ ਪ੍ਰਕਿਰਿਆ ਹੈ ਨਾ, ਇਹ ਤਾਂ ਮਹਾਰਾਜ ਕਹਿੰਦੇ ਆ ਕਿ ਕਾਤੀ ਛੁਰੀ ਬਣ ਗਈ ਹੈ। ਤੇ ਫੜੀ ਕਿਹਨਾਂ ਦੇ ਹੱਥ ਵਿੱਚ ਹੈ? ਮਹਾਰਾਜ ਕਹਿੰਦੇ ਭਾਈ ਜਿਹੜੇ ਰਾਜੇ ਲੋਕ ਵੈ ਇਹ ਕਸਾਈ ਬਣ ਕਰਕੇ ਇਹ ਹਕੂਮਤ ਹੀ ਉਹਨਾਂ ਦੀ, ਮਹਾਰਾਜ ਕਹਿੰਦੇ ਭਾਈ ਜਿਹੜੀ ਕਲਯੁਗ ਵਿੱਚ ਹਕੂਮਤ ਚਲਾ ਰਹੇ ਆ ਨਾ, ਇਹ ਮਹਾਰਾਜ ਕਹਿੰਦੇ ਛੁਰੀ ਦਾ ਰੂਪ ਧਾਰਨ ਕਰ ਗਈ ਹੈ। ਤੋ ਸਾਧ ਸੰਗਤ ਜੀ ਜਿਹੜੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਤੋਂ ਦੂਰ ਰਹਿੰਦੇ ਆ, ਸਤਿਗੁਰੂ ਜੀ ਦੀ ਸਿੱਖਿਆ ਨਹੀਂ ਕਮਾਉਂਦੇ, ਉਹਨਾਂ ਨੂੰ ਅੱਜ ਵੀ ਕਲਯੁਗ ਉਵੇਂ ਹੀ ਵਿਆਪਦਾ ਹੈ। ਚਾਹੇ ਰਾਜੇ ਲੋਕ ਵੈ, ਜੇ ਵੇਖੀਏ ਤੇ ਹਕੂਮਤ ਦਾ ਜਿਹੜਾ ਬੁਰਾ ਹਾਲ, ਹਕੂਮਤ ਦੀ ਇਹ ਦੁਰਦਸ਼ਾ ਇਸੇ ਕਰਕੇ ਹੀ ਹੈ ਕਿ ਰਾਜੇ ਕਸਾਈ ਬਣੇ ਬੈਠੇ ਹੈ। ਕਸਾਈਆਂ ਦਾ ਹੁਣ ਕੀ ਹਾਲ ਹੁੰਦਾ ਹੈ? ਗਲੇ ਕੱਟਣੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਕਲਯੁਗ ਦੇ ਅੰਦਰ ਜਿਹੜੀ ਕਿਰਿਆ ਹੈ ਹਕੂਮਤ ਦੀ, ਇਹ ਤਾਂ ਮਹਾਰਾਜ ਕਹਿੰਦੇ ਭਾਈ ਛੁਰੀ ਰੂਪ ਬਣ ਗਈ ਹੈ। ਤੇ ਜਿਹੜੇ ਰਾਜੇ ਹਨ ਉਹ ਕਸਾਈ ਬਣ ਗਏ ਹੈ, ਕਿਉਂਕਿ ਜਿਹੜੀ ਵਾੜ ਹੁੰਦੀ ਹੈ ਨਾ, ਉਹ ਖੇਤ ਦੀ ਰਖਵਾਲੀ ਕਰਦੀ ਹੈ, ਰੱਖਿਆ ਵਾਸਤੇ ਹੁੰਦੀ ਹੈ। ਪਰ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤੇ ਫਿਰ ਖੇਤ ਦੀ ਰੱਖਿਆ ਕੌਣ ਕਰੇਗਾ? ਇਹ ਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਕਲਯੁਗ ਦਾ ਵਰਤਾਰਾ ਜਿਹੜਾ ਨਾ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਉਹ ਕਵਿਰਾਜ ਜੀ ਨੇ ਲਿਖਿਆ ਹੈ। ਕਹਿੰਦੇ ਨੇ ਕਿ ਦੁਰਮਤ ਦੁਸ਼ਟ ਦਰੋਦਰੀ ਧਰਮ ਭਇਓ ਰਾਂਕੇਸ਼। ਜਿਹੜੇ ਲੋਕ ਇਹੋ ਜੀ ਖੋਟੀ ਬੁੱਧੀ ਧਾਰਨ ਕਰ ਗਏ ਕਿ ਸਾਰੇ ਬੁਰੇ ਕਰਮਾਂ 'ਚ ਪ੍ਰੀਤੀ ਕਰਦੇ ਆ। ਚੰਗਾ ਕਰਮ ਤਾਂ ਕਿਸੇ ਨੂੰ ਜਾਣੋ, ਸ਼ੁਭ ਕਰਮ ਜਿਵੇਂ ਉਹਨਾਂ ਕੋਲੋਂ ਕਿਸੇ ਨੇ ਖੋਹ ਲਏ ਹੋਣ। ਇਸ ਤਰ੍ਹਾਂ ਜਿਹੜੇ ਵਜ਼ੀਰ ਲੋਕ ਹੈ ਉਹ ਵੀ ਵੇਸ਼ਵਾਗਾਮੀ ਹੋ ਗਏ, ਬੁਰੀ ਹਾਲਤ ਕਾਜੀ ਵੱਡੀ ਲੈ ਕਰਕੇ ਖਾਂਦੇ ਐ। ਰਾਜੇ ਜਿਹੜੇ ਆ ਉਹ ਕਸਾਈ ਬਣ ਗਏ ਐ ਤੇ ਉਲਟੀ ਵਾੜ ਖੇਤ ਕੋ ਖਾਈ। ਕਵਿਰਾਜ ਕਹਿੰਦੇ ਭਾਈ ਉਲਟਾ ਫਿਰ ਵਾੜ ਨੇ ਰੱਖਿਆ ਕਰਨੀ ਸੀ ਤੇ ਜਿਹੜੀ ਵਾੜ ਹੀ ਆ ਉਹੀ ਖੇਤ ਨੂੰ ਖਾਈ ਜਾਂਦੀ ਹੈ। ਤੇ ਜਿਹੜੀ ਹਕੂਮਤ ਅੱਜ ਵੀ ਚੱਲਦੀ, ਜੇ ਗੁਰੂ ਸਾਹਿਬ ਦੀ ਭਾਈ ਸਿੱਖਿਆ ਤੋਂ ਦੂਰ ਹੈ, ਭਜਨ ਤੋਂ ਦੂਰ ਨੇ, ਪਰਮੇਸ਼ਰ ਨੂੰ ਮੰਨਦੇ ਹੀ ਨਹੀਂ, ਤੇ ਉਹਨਾਂ ਦੀ ਹਾਲਤ ਤਾਂ ਅੱਜ ਵੀ ਇਹ ਜੀ ਹੈ ਕਿ ਪਰਜਾ ਰੂਪੀ ਖੇਤੀ ਨੂੰ ਉਹ ਖਾਈ ਜਾਂਦੇ ਹੈ। ਤੇ ਬਹੁਤ ਜ਼ਿਆਦਾ ਜਿਹੜਾ ਹੈ ਜੀਆਂ ਦੇ ਗਲ ਵੱਢ ਵੱਢ ਕੇ ਉਹਨਾਂ ਨਾਲ ਅਨਿਆਂ ਕਰਦੇ ਹੈ। ਇਹ ਸਤਿਗੁਰਾਂ ਜੀ ਨੇ ਕਲਯੁਗ ਦਾ ਵਰਤਾਰਾ ਕਿਹਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਲਯੁਗ ਦੇ ਅੰਦਰ ਤਾਂ ਸਿੱਧੋ ਜਿਹੜੀ ਕਲਯੁਗ ਦੀ ਪ੍ਰਕਿਰਿਆ ਹੈ, ਰਾਜਿਆਂ ਦੀ ਹਕੂਮਤ ਹੈ, ਇਹ ਤਾਂ ਮਹਾਰਾਜ ਕਹਿੰਦੇ ਛੁਰੀ ਰੂਪ ਵੈ। ਤੇ ਰਾਜੇ ਖੁਦ ਆਪ ਮਹਾਰਾਜ ਕਹਿੰਦੇ ਭਾਈ ਕਸਾਈ ਰੂਪ ਹਨ। ਧਰਮ ਭੰਗ ਕਰ ਉੱਡ ਰਿਹਾ। ਜਿਹੜਾ ਧਰਮ ਹੈ ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚੋਂ ਭਾਈ ਜਿਵੇਂ ਵਿਵੇਕ ਤੇ ਬਰਾਗ ਦੇ ਖੰਭ ਹੁੰਦੇ ਆ ਨਾ ਧਰਮ ਦੇ, ਇਹ ਜਿਵੇਂ ਖੰਭ ਲਾ ਕੇ ਧਰਮ ਜਿਹੜਾ ਹੈ ਮਹਾਰਾਜ ਕਹਿੰਦੇ ਕਲਯੁਗ ਦੇ ਵਿੱਚੋਂ ਭਾਈ ਉੱਡ ਗਿਆ ਹੋਵੇ। ਜਿਹੜਾ ਧਰਮ ਹੈ ਇਹਨੂੰ ਜਾਣੋ ਜਿਵੇਂ ਗ੍ਰਹਿਣ ਲੱਗ ਗਿਆ ਹੈ, ਕੋਈ ਧਰਮ ਦਾ ਨਾਂ ਹੀ ਨਹੀਂ ਲੈਂਦਾ, ਧਰਮ ਦੀ ਕੋਈ ਗੱਲ ਹੀ ਨਹੀਂ ਕਰਦਾ। ਜੇ ਕੋਈ ਧਰਮ ਦੀ ਬਾਬਤ ਕੁਛ ਕਵੇ ਵੀ ਕਿ ਇਸ ਗੱਲ ਦੀ ਧਰਮ ਆਗਿਆ ਨਹੀਂ ਦਿੰਦਾ। ਜਿਹੜੇ ਚਾਰ ਹੋਰ ਪਾਪੀ ਹੁੰਦੇ ਆ ਉਹਦੇ ਦੋਸਤ ਹੱਸ ਕੇ ਕਹਿੰਦੇ ਤੂੰ ਸਤਜੁਗ 'ਚ ਰਹਿਣਾ। ਜੇ ਵੇਖੀਏ
ਤੇ ਗੁਰੂ ਸਾਹਿਬ ਦੀ ਸਿੱਖਿਆ ਤੋਂ ਜਿਹੜੇ ਸੱਖਣੇ ਲੋਕ ਆ ਉਹਨਾਂ ਨੂੰ ਕਲਯੁਗ ਅੱਜ ਵੀ ਉਸੇ ਹੀ ਤਰ੍ਹਾਂ ਵਿਆਪ ਰਿਹਾ ਹੈ। ਉਹ ਧਰਮ ਉਹਨਾਂ ਦੇ ਅੰਦਰੋਂ ਖੰਭ ਲਾ ਕੇ ਜਿਵੇਂ ਉੱਡ ਗਿਆ ਹੋਵੇ, ਧਰਮ ਦੀ ਕੋਈ ਗੱਲ ਹੀ ਨਹੀਂ ਕਰਦਾ। ਧਰਮ ਦੇ ਅਨੁਸਾਰ ਜੀਵਨ ਦੇ ਵਿੱਚ ਚੱਲਣਾ ਤਾਂ ਕਿੱਥੋਂ ਹੈ, ਸਗੋਂ ਧਰਮ ਦੀ ਗੱਲ ਸੁਣ ਕਰਕੇ ਹਾਸਾ ਤੇ ਠੱਠਾ ਕਰਦੇ ਆ। ਇਸ ਤਰ੍ਹਾਂ ਦੀ ਹਾਲਤ ਹੈ। ਮਹਾਰਾਜ ਕਹਿੰਦੇ ਨੇ ਸਿੱਧੋ ਕਲਯੁਗ ਦੇ ਵਿੱਚ ਤਾਂ ਜਿਹੜਾ ਧਰਮ ਹੈ, ਮਹਾਰਾਜ ਕਹਿੰਦੇ ਭਾਈ ਧਰਮ ਪੰਖ ਕਰ ਉੱਡ ਰਿਹਾ, ਜਿਵੇਂ ਖੰਭ ਲਾ ਕਰਕੇ ਧਰਮ ਜਿਹੜਾ ਹੈ ਇੱਥੋਂ ਉੱਡ ਹੀ ਗਿਆ ਹੋਵੇ, ਚਲੇ ਹੀ ਗਿਆ ਹੋਵੇ। ਇਹ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਐਸੀ ਹਾਲਤ ਵੈ। ਕੂੜ ਅਮਾਵਸ ਸੱਚ ਚੰਦਰਮਾ। ਮਹਾਰਾਜ ਕਹਿੰਦੇ ਭਾਈ ਕੂੜ ਦੀ ਝੂਠ ਦੀ ਜਿਹੜੀ ਆ ਨਾ, ਜਿਵੇਂ ਮੱਸਿਆ ਦੀ ਰਾਤ ਹੁੰਦੀ ਹੈ ਨਾ, ਕਾਲੀ ਰਾਤ ਹੁੰਦੀ ਉਦੋਂ ਮੱਸਿਆ ਦੇ ਵਿੱਚ ਚੰਦਰਮਾ ਜਿਹੜਾ ਨਾ ਹੁੰਦਾ ਤੇ ਸੀ ਪਰ ਦਿਸਦਾ ਨਹੀਂ ਹੈ ਨਾ। ਸਤਿਗੁਰੂ ਜੀ ਕਹਿੰਦੇ ਕੂੜ ਅਮਾਵਸ, ਇਹ ਕੂੜ ਦੀ ਅਮਾਵਸ ਮਹਾਰਾਜ ਕਹਿੰਦੇ ਭਾਈ ਰਾਤ ਪੈ ਗਈ ਹੈ। ਇੱਕ ਝੂਠ ਦੀ ਰਾਤ ਮਹਾਰਾਜ ਕਹਿੰਦੇ ਕਾਲੀ ਬੋਲੀ ਰਾਤ ਪੈ ਗਈ ਹੈ। ਕੂੜ ਅਮਾਵਸ ਸੱਚ ਚੰਦਰਮਾ, ਸੱਚ ਦਾ ਮਹਾਰਾਜ ਕਹਿੰਦੇ ਭਾਈ ਚੜਿਆ ਹੋਇਆ ਜੋ ਚੰਦਰਮਾ ਹੈ। ਦੀਸੈ ਨਾਹੀ ਕਹਿ ਚੜਿਆ, ਮਹਾਰਾਜ ਕਹਿੰਦੇ ਦਿਸਦਾ ਹੀ ਨਹੀਂ, ਚੜਿਆ ਹੋਇਆ ਕਿੱਥੇ ਹੈ। ਇਹੋ ਜਿਹਾ ਲੋਕਾਂ ਦਾ ਝੂਠ ਵਿੱਚ ਪ੍ਰੀਤ ਹੋ ਗਈ। ਝੂਠ ਬੋਲਣ ਰੂਪ ਮਹਾਰਾਜ ਕਹਿੰਦੇ ਭਾਈ ਪਾਪਾਂ ਦੀ ਕਾਲੀ ਬੋਲੀ ਰਾਤ ਪਾ ਦਿੱਤੀ ਹੈ। ਤੇ ਸੱਚ ਦਾ ਚੜਿਆ ਹੋਇਆ ਚੰਦਰਮਾ ਮਹਾਰਾਜ ਕਹਿੰਦੇ ਭਾਈ ਜੀਆਂ ਦੇ ਹਿਰਦੇ ਵਿੱਚ ਦਿਖਾਈ ਹੀ ਨਹੀਂ ਦਿੰਦਾ। ਕਿੱਥੇ ਚਲੇ ਗਿਆ ਹਿਰਦੇ ਰੂਪੀ ਆਕਾਸ਼ ਵਿੱਚੋਂ ਸੱਚ ਰੂਪੀ ਚੰਦਰਮਾ, ਮਹਾਰਾਜ ਕਹਿੰਦੇ ਦਿਸਦਾ ਹੀ ਨਹੀਂ। ਝੂਠ ਦੀ ਪਾਪਾਂ ਦੀ ਕਾਲੀ ਬੋਲੀ ਰਾਤ ਸਤਿਗੁਰੂ ਜੀ ਕਹਿੰਦੇ ਭਾਈ ਪੈ ਗਈ ਆ। ਹਉ ਭਾਲ ਵਿਕੁੰਨੀ ਹੋਈ। ਹੁਣ ਇੱਥੇ ਧਰਤੀ ਵੱਲੋਂ ਬੇਨਤੀ ਹੈ, ਫਿਰ ਪੂਰੇ ਪ੍ਰਕਰਨ ਤੋਂ ਆਪਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਹੈ ਕਿ ਸਾਡਾ ਅਵਤਾਰ ਕਿਉਂ ਹੋਇਆ। ਫਿਰ ਆਰੰਭ ਤੋਂ ਪੜ੍ਹ ਦਿਓ। ਕਲਕਾਤੀ ਰਾਜੇ ਕਾ ਸਾਈ। ਅਰਥ ਤਾਂ ਭਾਵੇਂ ਉਹੋ ਹੀ ਨੇ, ਪਰ ਇਹ ਧਰਤੀ ਵੱਲੋਂ ਹੁਣ ਬੇਨਤੀ ਮਹਾਰਾਜ ਦੱਸ ਰਹੇ ਹੈ ਕਿ ਭਾਈ ਸਿੱਧੋ ਧਰਤੀ ਨੇ ਬੇਨਤੀ ਕੀਤੀ ਹੈ ਪਰਮੇਸ਼ਰ ਦੇ ਅੱਗੇ ਕਿ ਮਹਾਰਾਜ ਕਲਯੁਗ ਦਾ ਇੰਨਾ ਜ਼ਿਆਦਾ ਜ਼ੋਰ ਪੈ ਗਿਆ ਕਿ ਰਾਜੇ ਜਿਹੜੇ ਆ ਮਹਾਰਾਜ ਕਸਾਈ ਬਣ ਗਏ ਹੈ। ਤੇ ਕਲਯੁਗ ਦੀ ਇੰਨੀ ਜ਼ਿਆਦੀ ਇਹ ਦੁਰਮਤ ਖੋਟੀ ਰੀਤੀ ਚੱਲ ਪਈ ਹੈ ਤੇ ਛੁਰੀ ਰੂਪ ਬਣ ਗਈ ਹੈ ਕਲਯੁਗ ਦੀ ਸਮੇਂ ਦੀ ਰੀਤੀ। ਕਲਯੁਗ ਦਾ ਸਮਾਂ ਛੁਰੀ ਰੂਪ ਬਣ ਗਿਆ ਤੇ ਮਹਾਰਾਜ ਜਿਨ੍ਹਾਂ ਰਾਜਿਆਂ ਨੇ ਧਰਮ ਰੱਖਣਾ ਸੀ, ਪ੍ਰਜਾ ਨੂੰ ਜਿਹੜਾ ਸੀ ਸਹੀ ਢੰਗ ਨਾਲ ਚਲਾਉਣਾ ਸੀ, ਨਿਆਂ ਦੇਣਾ ਸੀ, ਉਹ ਰਾਜੇ ਮਹਾਰਾਜ ਕਸਾਈ ਬਣ ਗਏ। ਕਿਉਂਕਿ ਇਹ ਧਰਤੀ ਨੇ ਪੁਕਾਰ ਕੀਤੀ ਹੈ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਤੇ ਮਹਾਰਾਜ ਹੁਣ ਆਪ ਦਾ ਕਾਰਨ ਅਵਤਾਰ ਦਾ ਦੱਸ ਰਹੇ ਹੈ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਹ ਲਿਖਿਆ ਹੈ ਕਿ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਧਰਤੀ ਦੀ ਪੁਕਾਰ ਸੁਣ ਕਰਕੇ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਧਰਤੀ ਤੇ ਆਉਣਾ ਕੀਤਾ ਹੈ। ਇਹ ਭਾਈ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਤੇ ਹਜੂਰ ਆਪਣੀ ਬਾਣੀ ਦੁਆਰਾ ਦੱਸ ਰਹੇ ਹੈ ਕਿ ਧਰਤੀ ਨੇ ਵਾਹਿਗੁਰੂ ਦੇ ਅੱਗੇ ਪੁਕਾਰ ਕੀਤੀ ਹੈ ਕਿ ਮਹਾਰਾਜ ਕਲਯੁਗ ਦਾ ਸਮਾਂ ਜਿਹੜਾ ਉਹ ਤਾਂ ਇੰਨਾ ਜ਼ੋਰ ਪਾ ਗਿਆ ਕਿ ਛੁਰੀ ਰੂਪ ਹੋ ਗਿਆ। ਰਾਜੇ ਜਿਹੜੇ ਆ ਉਹ ਕਸਾਈ ਹੋ ਗਏ ਆ। ਧਰਮ ਪੰਖ ਕਰ ਉੱਡ ਰਿਹਾ। ਜਿਹੜਾ ਧਰਮ ਹੈ ਮਹਾਰਾਜ ਉਹ ਤਾਂ ਖੰਭ ਲਾ ਕਰਕੇ ਹੀ ਮੇਰੇ ਤੋਂ ਉੱਡ ਗਿਆ। ਧਰਤੀ ਕਹਿੰਦੀ ਹੈ ਨਿਰੰਕਾਰ ਦੇ ਅੱਗੇ ਬੇਨਤੀ ਕਰਦੀ ਹੈ ਕਿ ਮਹਾਰਾਜ ਧਰਮ ਜਿਹੜਾ ਹੈ ਉਹ ਖੰਭ ਲਾ ਕਰਕੇ ਮਹਾਰਾਜ ਮੇਰੇ ਤੋਂ ਉੱਡ ਗਿਆ। ਕਿਉਂਕਿ ਮਹਾਰਾਜ ਜੀ ਨੇ ਇਹ ਬਚਨ ਕਹੇ ਆ ਨਾ ਕਿ ਭਾਈ ਧਰਤੀ ਟਿਕੀ ਹੋਈ ਕਿਵੇਂ ਹੈ। ਜਿਵੇਂ ਉਹ ਕਹਿੰਦੇ ਸੀ ਤਬਲੇ ਬਲਦ ਦੇ ਸਿਰ ਦੇ ਉੱਤੇ ਸਿੰਘ ਤੇ ਚੱਕੀ ਹੋਈ ਧਰਤੀ ਹੈ। ਮਹਾਰਾਜ ਜੀ ਨੇ ਕਿਹਾ ਨਹੀਂ ਭਾਈ ਧੌਲ ਧਰਮ, ਉਹ ਤਬਲਾ ਬਲਦ ਕਿਹੜਾ, ਧਰਮ ਰੂਪੀ ਤਬਲਾ ਬਲਦ ਹੈ। ਮਹਾਰਾਜ ਕਹਿੰਦੇ ਕੋਈ ਹੋਰ ਨਹੀਂ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਇਹ ਵਾਕ ਮਹਾਰਾਜ ਜੀ ਨੇ ਸਿੱਧਾ ਨਾਲ ਚਰਚਾ ਜੀ ਕਹੇ, ਜਪਜੀ ਸਾਹਿਬ ਦੀ ਬਾਣੀ ਹੈ। ਤੋ ਜਦੋਂ ਧਰਮ ਹੀ ਖੰਭ ਲਾ ਕੇ ਉੱਡ ਗਿਆ ਹੋਵੇ ਤੇ ਫਿਰ ਧਰਤੀ ਕਿਵੇਂ ਟਿਕ ਸਕਦੀ ਹੈ। ਧਰਤੀ ਨੇ ਇਹੀ ਬੇਨਤੀ ਕੀਤੀ ਸੀ ਕਿ ਮਹਾਰਾਜ ਮੇਰੇ ਠਹਿਰਾ ਦਾ ਕੋਈ ਯਤਨ ਕਰੋ, ਕਿਉਂਕਿ ਮੈਂ ਤਾਂ ਗਰਕ ਹੋ ਜਾਵਾਂਗੀ। ਜਿਸ ਤਰ੍ਹਾਂ ਦੇ ਲੋਕ ਪਾਪ ਕਰਨ ਲੱਗ ਪਏ ਆ, ਇਹੋ ਜਿਹਾ ਪਾਪ ਵੱਧ ਗਿਆ ਹੈ। ਫਿਰ ਜਦੋਂ ਪਰਮੇਸ਼ਰ ਦੇ ਅੱਗੇ ਬੇਨਤੀ ਇਹਦੀ ਸੁਣੀ ਗਈ ਸੀ ਨਾ, ਤੇ ਇਹ ਵੀ ਜ਼ਿਕਰ ਹੈ
कि फिर धरती की बेनती सुन करके कहा कि कलयुग दे विच कलकी अवतार भेजांगे, वो तेरी कल्याण करेगा। धरती कहती महाराज उदों तक तो मैं स्थिर नहीं रह सकांगी। कलयुग दे शुरू च ही इन्ना जोर पाता है, पाप इन्ने वध गए मेरे उत्ते कि महाराज मैं तो नहीं टिक सकांगी। तो फिर निरंकार ने ये आश्रय दिता सी, ये बख्शिश कीती सी, चंगा फिर असीं खुद ही अवतार धारदे हां तेरे तो पापां दी निवृत्ति वास्ते। ये साध संगत जी फिर भाई साहब जी ने लिखिया कि अनंत कला होए ठाकुर चढ़िया। पहलां तां होर शक्तियां नूं महाराज संसार ते भेजदे सी, अवतार हुंदे सीगे, ते फिर अनेकां शक्तियां दे मालक वाहिगुरू ने आप ही धरती दा जिहड़ा पापां दा बोझ लाउण वास्ते ना गुरु नानक साहब हो करके जोत रूप हरे आप गुरु नानक कहायो, ताते अंगद भयो तत् स्यों तत् मिलायो। इस सच्चे पातशाह जी ने आप ही फिर अवतार धारण की तैयारी कर ली। इउं धरती महाराज दे अगे बेनती करदी है कि महाराज जिहड़ा धर्म मैं तो खंभ ला के महाराज मेरे तो उड गया है। कूड़ अमावस सच चंद्रमा। महाराज इत्थे मेरे ते अगे जिवें दिन चढ़दा है फिर रात पैंदी है, फिर दिन चढ़दा है, तां महाराज जिहड़ी है पापां दी रात ही पै गई काली बोली, जिवें मस्या दी रात हुंदी है। सच दा महाराज चढ़िया होया जो चंद्रमा है, सच कोई बोलदा ही नहीं है। कूड़ अमावस सच चंद्रमा। झूठ दी मस्या वर्गी काली बोली रात है, सच दा जो चंद्रमा है। दिसै नाहि कह चढ़िया। दिसदा ही नहीं महाराज चढ़िया होया किथे है, दिखाई नहीं दिंदा है, कोई नहीं सच बोलदा, सब झूठ ही बोलदे है। जिहड़े लोग है वो अपने धर्म विच पक्के नहीं रहे। इस्त्रियां पति दे धर्म नूं लंघ गईयां, पति आप दे इस्त्री दे धर्म नूं लंघ गए है, पुत्र पिता दे आखे नहीं लगदे, ते इउं अपनी संतान जान के पिता नहीं पालना करदे। बस महाराज एक दूसरे दे प्रति बहुत ज्यादा घोर पापां वाली बिरती बन गई है। सर्व जिहड़े समाज दी मर्यादा उहनूं भी जीव जदों लंघ जाण ते फिर की हालत होवे। यही हाल हो गया संसार दे जीआं दा। धर्म तां जिवें खंभ ला के उड़ गया होवे, सच दा चढ़िया होया चंद्रमा दिखाई नहीं दिंदा। हां भाल विकुन्नी होई। ये धरती कहंदी है सच्चे पातशाह निरंकार दे अगे महाराज मैं तां भाल करके हुण जिहड़ी है विकुन्नी व्याकुल हो गई आ। महाराज मैं तां भालदी आ कि किते पापां दी निवृत्ति होवे। सच रूपी चंद्रमे नूं भालदी होई मैं तां महाराज व्याकुल हो गई आ। आधेरे राह न कोई। इस पापां दे हनेरे विचों निकलण दा महाराज कोई भी राह नहीं दिसदा है। सच्चे पातशाह निरंकार दे अगे धरती ने बेनती कीती है कि ये पापां रूपी राह नहीं, कोई इस पापां दे विचों निकलण वास्ते कोई राह नहीं महाराज दिखाई दिंदा कि इन्हां पापां तो किवें छुटकारा होवेगा। क्योंकि इन्ने जी जंत धरती ते फिरदे है, धरती नूं उन्हां दा भार नहीं लगदा। फिर इन्ने पर्बत है, इन्नी बनस्पति है, समुंदर है, उहदा भार नहीं व्यापदा। धरती ते भार काहदा पैंदा? पापां दा भार पैंदा है। जिवें जिवें जीव पाप करदे है तिवें तिवें भार वधदा जांदा है, ते फिर धरती स्थिर नहीं रह सकदी। ये धरती टिकी हुई है नाम दे आसरे ते, धर्म दे आसरे दे उत्ते। इस करके धरती कहंदी है महाराज इस पापां रूपी हनेरे विचों निकलण वास्ते महाराज कोई भी मैनू राह नहीं है निरंकार दिखाई दिंदा। विच हौमै कर दुख रोई। जिहड़ी ये सृष्टि है महाराज ये हौमे दे विच महाराज सारी दुखी हो के रो रही है। हंकार करदे हुए जीव जिहड़े आ बहुत ज्यादा आपस दे विच लड़ लड़ के मर रहे है। बहुत ही ज्यादा बुरी हालत है। सच्चे पातशाह जी महाराज ने भी जदों हजूर ने जदों वेई चों महाराज प्रगट होए सीगे ते भाई गुरदास साहब ने लिखिया है कि महाराज साहब जदों सचखंड तो महाराज आए ना धरती दा भला करन लई, ते फिर महाराज ने जिवें डॉक्टर इलाज करन लई मरीज नूं वेखदा ही है ना, फिर सतगुरां जी ने अंतर ध्यान हो करके ना फिर धरती नूं पहलां तक्किया। की वेख्या महाराज ने? भाई साहब लिखदे बाबा देखै ध्यान धर जलती सब पृथ्वी दस आई।
महाराज जदों ध्यान टकाया कि हुण धरती ते असीं जिहड़ा है नाम दा छट्टा देना है, धरती दा कल्याण करनी, भला करना, वेखीए धरती दा हाल की है। जलती सब पृथ्वी दसियाई, सारी पृथ्वी महाराज जी नूं जलदी बलदी वकारां विच दिखाई दिती हजूर नूं। ते सच्चे पातशाह जी महाराज जदों फिर भाई साहब लिखते हैं कि बाबे भेख बनाया, उदासी दी रीत चलाई। महाराज जी ने फिर उदासी दी रीत जिहड़ी सी तोरी। सतगुरां ने इथों सुल्तानपुर लोधी तो महाराज साहब जी ने धरती दी कल्याण हित इनू ठंड पहुंचाउण वास्ते, बलदी हुई अग नूं पापां दी नूं बुझाउण वास्ते सच्चे पातशाह जी महाराज जी ने त्यारा कीता। ये धरती पुकार कर रही है। महाराज जी सिद्धा नूं दस रहे कि भाई ये धरती दी पुकार है। धरती कहंदी है महाराज हौमे विच ही सारी सृष्टि जिहड़ी है ना, ਉਹ ਜਿਹੜੀ आपस ਦੇ ਅੰਦਰ ਉਹ ਖਹਿ ਮਰਦੇ ਬਾਹਮਣ ਮਲਾਉਣੇ ਜਿਨ੍ਹਾਂ ਨੇ ਰਾਹ ਦੱਸਣਾ ਸੀ आपस ਵਿੱਚ ਹੀ ਖਹਿ ਖਹਿ ਕਰਕੇ ਮਰ ਰਹੇ ਆ, ਬੁਰੀ ਹਾਲਤ ਵੈ। ਤੇ ਇਉਂ ਹਉਮੈ ਦੇ ਕਰਕੇ ਮਹਾਰਾਜ ਕਹਿੰਦੇ ਭਾਈ ਧਰਤੀ ਨੇ ਦੱਸਿਆ, ਨਿਰੰਕਾਰ ਦੇ ਅੱਗੇ ਬੇਨਤੀ ਕੀਤੀ ਹੈ ਕਿ ਹਉਮੈ ਕਰ ਕਰਕੇ ਸਾਰੀ ਸ੍ਰਿਸ਼ਟੀ ਰੋ ਰਹੀ ਹੈ, ਦੁਖੀ ਹੋ ਰਹੀ ਹੈ। ਕਹੁ ਨਾਨਕ ਕਿਨ ਬਿਦ ਗਤ ਹੋਈ। ਸੱਚੇ ਪਾਤਸ਼ਾਹ ਜੀ ਕਹਿੰਦੇ ਆ ਭਾਈ ਨਿਰੰਕਾਰ ਦੇ ਅੱਗੇ ਬੇਨਤੀ ਕਰਦੀ ਹੈ ਧਰਤੀ ਕਿ ਮਹਾਰਾਜ ਕਿਸ ਵਿਧੀ ਦੇ ਨਾਲ ਮੇਰੀ ਗਤੀ ਹੋਵੇਗੀ, ਮੇਰਾ ਭਲਾ ਮਹਾਰਾਜ ਕਿਵੇਂ ਹੋਵੇਗਾ, ਇਹ ਕਿਰਪਾ ਕਰਕੇ ਆਪ ਦੱਸੋ ਮਹਾਰਾਜ ਮੇਰਾ ਭਲਾ ਕਿਵੇਂ ਹੋਵੇ, ਮੈਂ ਕਿਵੇਂ ਸਥਿਰ ਰਹਿ ਸਕਾਂ, ਕਿਵੇਂ ਮੇਰੇ ਤੋਂ ਪਾਪਾਂ ਦਾ ਬੋਝ ਜਿਹੜਾ ਹੈ ਉਤਰੇ। ਇਹ ਫਿਰ ਸਾਧ ਸੰਗਤ ਜੀ ਜਦੋਂ ਬੇਨਤੀ ਧਰਤੀ ਨੇ ਕੀਤੀ ਹੈ ਤੇ ਫਿਰ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਅਵਤਾਰ ਧਾਰਨ ਕੀਤਾ ਹੈ। ਰਾਏ ਭੋਏ ਦੀ ਤਲਵੰਡੀ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਅਵਤਾਰ ਧਾਰਿਆ, ਕਿਉਂਕਿ ਧਰਤੀ ਦੇ ਜਿਹੜੇ ਪਾਪ ਵੈ ਉਹ ਇਸ ਕਦਰ ਹੀ ਵੱਧ ਗਏ ਸੀਗੇ ਕਿ ਇਹਨਾਂ ਦੀ ਨਿਵਰਤੀ ਮਹਾਰਾਜ ਜੀ ਨੇ ਵੇਖਿਆ ਨਿਰੰਕਾਰ ਨੇ ਕਿ ਹੁਣ ਫਿਰ ਹੋਰ ਕਿਸੇ ਪੀਰ ਪੈਗੰਬਰ ਦੇ ਭੇਜਿਆ ਨਹੀਂ ਇਹ ਕੰਮ ਸਰਨਾ। ਆਪ ਹੀ ਸੱਚੇ ਪਾਤਸ਼ਾਹ ਜੀ ਨੇ ਫਿਰ ਤਿਆਰਾ ਕੀਤਾ ਤੇ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਰਾਏ ਭੋਏ ਦੀ ਤਲਵੰਡੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਬਾਬਾ ਕਾਲੂ ਜੀ ਦੇ ਗ੍ਰਹਿ ਵਿਖੇ ਸੱਚੇ ਪਾਤਸ਼ਾਹ ਜੀ ਮਹਾਰਾਜ ਅਵਤਾਰ ਧਾਰਿਆ ਹੈ। ਤੇ ਸਤਿਗੁਰੂ ਪਾਤਸ਼ਾਹ ਗਰੀਬ ਨਿਵਾਜ ਜੀ ਜਿਵੇਂ ਫਿਰ ਧਰਤੀ ਦਾ ਬੋਝ ਮਹਾਰਾਜ ਸਾਹਿਬ ਜੀ ਨੇ ਹਲਕਾ ਕੀਤਾ ਹੈ, ਜਿਵੇਂ ਮਹਾਰਾਜ ਜੀ ਨੇ ਇੱਥੇ ਪ੍ਰਕਾਸ਼ ਕੀਤਾ ਹੈ ਆ ਕਰਕੇ, ਉਹ ਮਹਾਰਾਜ ਜੀ ਅੱਗੇ ਮਹੱਲੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਜਿਵੇਂ ਸਿੱਖਾਂ ਦੇ ਬੇਨਤੀ ਕਰਨ ਤੋਂ ਦੱਸਦੇ ਹੈ, ਜਗਿਆਸੂ ਮੁਖ ਤੋਂ ਸਾਧ ਸੰਗਤ ਜੀ ਹਉ ਭਾਲ ਵਿਕੁੰਨੀ ਹੋਏ। ਇਥੋਂ ਪੜੋ ਹਉ ਭਾਲ ਵਿਕੁੰਨੀ ਹੋਈ। ਸਾਧ ਸੰਗਤ ਜੀ ਜਿਸ ਵਕਤ ਹਉ ਜਿਹੜੀ ਅੰਦਰ ਹਉਮੈ ਹੈ ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਦੋਂ ਭਾਲ ਕੀਤੀ ਨਾ ਪਰਮੇਸ਼ਰ ਦੇ ਗੁਰੂ ਜੀ ਦੇ ਉਪਦੇਸ਼ ਦੁਆਰਾ ਆਪਣੇ ਅੰਦਰੋਂ ਲੱਭਣਾ ਕੀਤਾ, ਪਰਮੇਸ਼ਰ ਨੂੰ ਭਾਲ ਕਰਨਾ ਕੀਤੀ ਤੇ ਜਿਹੜੀ ਹਉ ਹੰਗਤਾ ਸੀ ਨਾ ਇਹ ਅੰਦਰ ਹੀ ਵਿਆਕੁਲ ਹੋ ਕੇ ਮਰ ਗਈ। ਫਿਰ ਜਦੋਂ ਗੁਰੂ ਸਾਹਿਬ ਦੀ ਸਿੱਖਿਆ ਦੁਆਰਾ ਸਮਝਣੇ ਅੰਤਰੀਵ ਅਰਥ ਹਨ, ਭਾਲਣਾ ਕੀਤਾ ਆਪਣੇ ਸਰੂਪ ਨੂੰ, ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਉਪਦੇਸ਼ ਦੁਆਰਾ ਲੱਭਿਆ ਕਿ ਮੇਰਾ ਆਪਾ ਕੀ ਹੈ। ਜਦੋਂ ਆਪਣੇ ਸੁੱਧ ਸਰੂਪ ਨੂੰ ਲੱਭਿਆ ਤੇ ਜਿਹੜੀ ਹਉ ਹੰਗਤਾ ਸੀਗੀ ਅੰਦਰ ਹੀ ਵਿਆਕੁਲ ਹੋ ਗਈ, ਵਿਆਕੁਲ ਹੋ ਕੇ ਬਹੁਤ ਜ਼ਿਆਦਾ ਫਿਰ ਅੰਦਰ ਹੀ ਮਰ ਗਈ। ਆਂਧੇਰੇ ਰਾਹ ਨਾ ਕੋਈ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਜਿਹੜਾ ਅਗਿਆਨਤਾ ਦਾ ਹਨੇਰਾ ਸੀ ਨਾ ਇਹਨੂੰ ਵੀ ਬਾਹਰ ਨਿਕਲਣ ਨੂੰ ਕੋਈ ਰਾਹ ਨਹੀਂ ਦਿਸਿਆ, ਅੰਦਰ ਹੀ ਮਰ ਗਿਆ। ਇਹ ਵੀ ਅੰਦਰ ਹੀ ਸ਼ਬਦ ਦੇ ਪ੍ਰਕਾਸ਼ ਨਾਲ ਸਮਾਪਤ ਹੋ ਗਿਆ। ਵਿੱਚ ਹਉਮੈ ਕਰ ਦੁਖ ਰੋਈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਵਿੱਚ ਹਉਮੈ ਸੀਗੀ ਉਹ ਵੀ ਦੁਖੀ ਹੋ ਕੇ ਰੋ ਉੱਠੀ ਕਿ ਜੇ ਅਗਿਆਨ ਨੂੰ ਨਹੀਂ ਛੱਡਿਆ ਤੇ ਮੈਨੂੰ ਕਿਨ ਛੱਡਣਾ ਹੈ। ਇਹ ਵੀ ਹਉਮੈ ਵੀ ਜਿਹੜੀ ਦੁਖੀ ਹੋ ਕੇ ਅੰਦਰ ਹੀ ਰੋ ਪਈ ਕਿ ਹੁਣ ਮੈਂ ਵੀ ਮਰ ਜਾਵਾਂਗੀ। ਕਹੁ ਨਾਨਕ ਕਿਨ ਬਿਧ ਗਤ ਹੋਈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਇਸ ਵਿਧੀ ਦੇ ਨਾਲ ਕਿਨ ਕਿਹਦੀ ਗਤੀ ਨਹੀਂ ਹੋਈ, ਸਿੱਧੋ ਸਭ ਦੀ ਗਤੀ ਇਸ ਤਰੀਕੇ ਨਾਲ ਹੁੰਦੀ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੱਸਿਆ ਕਿ ਕਲਯੁਗ ਦੇ ਵਿੱਚ ਭਾਈ ਕਿਵੇਂ ਜੀਆਂ ਦਾ ਭਲਾ ਹੋਵੇਗਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੱਸਿਆ ਕਿ ਸਾਡੇ ਅਵਤਾਰ ਧਾਰਨ ਦਾ ਕਾਰਨ ਕੀ ਹੈ, ਕਲਯੁਗ ਦੀ ਹਾਲਤ ਕੀ ਹੈ। ਇਹ ਧਰਤੀ ਦੇ ਬੇਨਤੀ ਕਰਨ ਤੋਂ ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਤਾਂ ਧਰਤੀ ਦਾ ਬੋਝ ਚੱਕਣ ਲਈ ਆਏ ਹਾਂ ਸੰਸਾਰ ਦੇ ਉੱਤੇ। ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪ੍ਰਗਾਸ। ਭੱਟਾਂ ਨੇ ਕਿਹਾ ਮਹਾਰਾਜ
ਆਪ ਤਾਂ ਉਹ ਭਾਵੇਂ ਕਿ ਚੰਦਰਮਾ ਸਤਿਗੁਰੂ ਜੀ ਦੀ ਕੀ ਬਰਾਬਰਤਾ ਕਰ ਸਕਦਾ ਹੈ, ਪਰ ਇੱਕ ਦ੍ਰਿਸ਼ਟਾਂਤ ਦਿੰਦੇ ਆ ਮਹਾਰਾਜ ਜੀ ਨੇ, ਜਿਵੇਂ ਭਗਤੀ ਦੀ ਚਾਨਣੀ ਜਿਹੜੀ ਸੀ ਉਹ ਫੈਲਾਈ ਸੰਸਾਰ ਦੇ ਅੰਦਰ ਚਾਂਦਨੀ, ਇਵੇਂ ਉਜਲ ਚਾਂਦਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਨੇ ਸੰਸਾਰ ਦੇ ਅੰਦਰ ਭਗਤੀ ਦੀ ਫੈਲਾਉਣਾ ਕੀਤੀ ਹੈ। ਆਪ ਮਹਾਰਾਜ ਸੱਚੇ ਪਾਤਸ਼ਾਹ ਚੰਦਰਮਾ ਵੱਤ ਪ੍ਰਕਾਸ਼ ਕੀਤਾ ਹੈ, ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਮਨੁੱਖਾਂ ਦੇ ਤਾਰਨ ਨੂੰ ਆਪ ਨੇ ਸੰਸਾਰ ਦੇ ਅੰਦਰ ਆਉਣਾ ਕੀਤਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅਵਤਾਰ ਧਾਰਨ ਦਾ ਕਾਰਨ ਹੈ ਕਿ ਧਰਤੀ ਦੀ ਪੁਕਾਰ ਸੁਣ ਕਰਕੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਧਰਤੀ ਤੇ ਅਵਤਾਰ ਧਾਰਿਆ ਹੈ। ਕਲਯੁਗ ਦੀ ਹਾਲਤ ਮਹਾਰਾਜ ਦੱਸੀ ਕਿ ਸਾਡੇ ਅਵਤਾਰ ਧਾਰਨ ਤੋਂ ਪਹਿਲਾਂ ਵੀ ਕਿਸ ਤਰ੍ਹਾਂ ਦੀ ਸੀ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਰਾਜਿਆਂ ਨੂੰ ਧਰਮੀ ਬਣਾਇਆ। ਵੇਖ ਲੋ ਕਿੱਡੇ ਕਿੱਡੇ ਜਿਹੜੇ ਮਦਰਬੈਨ ਵਰਗੇ ਰਾਜੇ, ਸੁਦਰਸੈਨ ਵਰਗੇ ਰਾਜੇ, ਸੱਚੇ ਪਾਤਸ਼ਾਹ ਨੇ ਸਿੰਗਲਾ ਦੀਪ ਦਾ ਰਾਜਾ ਸ਼ਿਵਨਾਬ, ਉਹਨੂੰ ਬ੍ਰਹਮ ਗਿਆਨੀ ਬਣਾਇਆ ਸੱਚੇ ਪਾਤਸ਼ਾਹ ਜੀ ਨੇ। ਕਿੱਡੇ ਕਿੱਡੇ ਰਾਜਿਆਂ ਨੂੰ ਹੀ ਬ੍ਰਹਮ ਗਿਆਨ ਸੱਚੇ ਪਾਤਸ਼ਾਹ ਨੇ ਦਿੱਤਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਧਰਤੀ ਤੇ ਅਵਤਾਰ ਧਰਤੀ ਦੇ ਭਲੇ ਲਈ, ਪਾਪਾਂ ਦਾ ਬੋਝ ਨਾਸ਼ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨਿਰੰਕਾਰ ਆਪ ਆਏ। ਇਹ ਸਤਿਗੁਰਾਂ ਜੀ ਨੇ ਸਿੱਧਾਂ ਨੂੰ ਬੇਨਤੀ ਕਰਨ ਤੋਂ ਪੁੱਛਣ ਤੋਂ ਹਜੂਰ ਨੇ ਦੱਸਿਆ। ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਆ, ਕਲ ਕੀਰਤ ਪ੍ਰਗਟ ਚਾਨਣ ਸੰਸਾਰ। ਸਤਿਗੁਰੂ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਗੋਇੰਦਵਾਲ ਸਾਹਿਬ ਬੇਨਤੀ ਕੀਤੀ ਕਿ ਮਹਾਰਾਜ ਧਰਤੀ ਦੇ ਉੱਤੇ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਤੋਂ ਪਹਿਲਾਂ ਪਾਪਾਂ ਦੀ ਕਾਲੀ ਬੋਲੀ ਰਾਤ ਪਈ ਹੋਈ ਸੀ, ਧਰਮ ਤਾਂ ਖੰਭ ਲਾ ਕੇ ਉੱਡ ਗਿਆ ਸੀ ਮਹਾਰਾਜ, ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਸ ਤਰ੍ਹਾਂ ਧਰਤੀ ਦੇ ਉੱਤੇ ਮਹਾਰਾਜ ਜੀ ਪ੍ਰਕਾਸ਼ ਕੀਤਾ। ਗੁਰੂ ਮਹਾਰਾਜ ਨੂੰ ਪੁੱਛਿਆ ਸਿੱਖਾਂ ਨੇ, ਮਹਾਰਾਜ ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਪਾਪਾਂ ਦਾ ਨਾਸ਼ ਕੀਤਾ ਹੈ। ਤੇ ਇਹ ਸਾਧ ਸੰਗਤ ਜੀ ਭਾਈ ਸਾਹਿਬ ਜੀ ਨੇ ਤਾਂ, ਭਾਈ ਗੁਰਦਾਸ ਸਾਹਿਬ ਜੀ ਨੇ ਤਾਂ ਪ੍ਰਮਾਣ ਦਿੱਤਾ, ਕਹਿੰਦੇ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਕਹਿੰਦੇ ਜਿਵੇਂ ਸੂਰਜ ਚੜ੍ਹਦਾ ਤੇ ਉਹਨੂੰ ਫਿਰ ਦੇਰੀ ਥੋੜੋ ਲੱਗਦੀ ਹੈ। ਸੂਰਜ ਆਪਣੀ ਜਦੋਂ ਆਭਾ ਲੈ ਕੇ ਪ੍ਰਤਾਪਮਾਨ ਹੁੰਦਾ ਨਾ, ਤੇ ਫਿਰ ਸਾਧ ਸੰਗਤ ਜੀ ਤਾਰੇ ਵੀ ਜਿਹੜੇ ਉਹ ਕਿਧਰੇ ਹੀ ਚਲੇ ਜਾਂਦੇ ਆ, ਚੰਦਰਮਾ ਵੀ ਜਿਹੜਾ ਉਹ ਆਕਾਸ਼ ਵਿੱਚ ਕਿਧਰੇ ਹੀ ਚਲਿਆ ਜਾਂਦਾ ਹੈ। ਉੱਥੇ ਭਾਈ ਸਾਹਿਬ ਜੀ ਨੇ ਜੋ ਕਿਹਾ ਉਹ ਪ੍ਰਮਾਣ ਇਸ ਤਰ੍ਹਾਂ ਬਣਾਉਂਦੇ ਆ ਵਿਦਵਾਨ ਕਿ ਜਿਹੜੇ ਸਾਧ ਸੰਗਤ ਜੀ ਪਖੰਡੀ ਹਨ ਨਾ, ਉਹ ਤਾਂ ਤਾਰਿਆਂ ਦੀ ਨਿਆਈ ਟਿਮਟਮਾ ਰਹੇ ਸੀ ਮਹਾਰਾਜ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ। ਆਪੋ ਆਪਣਾ ਪ੍ਰਤਾਪ ਦਿਖਾਉਂਦੇ ਸੀ, ਕੋਈ ਕਿਸੇ ਨੂੰ ਕਿਸੇ ਪਖੰਡ ਵਿੱਚ ਫਸਾ ਰਿਹਾ ਸੀ, ਕੋਈ ਕਿਸੇ ਤਰ੍ਹਾਂ ਫਸਾ ਰਿਹਾ ਸੀ। ਤੇ ਇਸਲਾਮ ਦਾ ਰਾਜ ਸੀਗਾ, ਤੇ ਇਹ ਜਿਹੜਾ ਰਾਜ ਸੀਗਾ ਇਹ ਚੰਦਰਮਾ ਦੀ ਤਰ੍ਹਾਂ ਆਪਣਾ ਪ੍ਰਤਾਪ ਦਿਖਾ ਰਿਹਾ ਸੀ। ਕਾਜੀ ਲੋਕ ਬਾਹਲਾ ਜਿਹੜਾ ਸੀ ਉਹ ਧੱਕੇ ਨਾਲ ਹੀ ਮੁਸਲਮਾਨ ਬਣਾਈ ਜਾਂਦੇ ਸੀਗੇ, ਤੇ ਇਹ ਜਿਹੜਾ ਇਸਲਾਮੀ ਰਾਜ ਸੀ ਨਾ, ਇਹ ਚੰਦਰਮੇ ਦੀ ਤਰ੍ਹਾਂ ਬੜਾ ਆਪਣਾ ਪ੍ਰਤਾਪ ਦਿਖਾ ਰਿਹਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰੂਪੀ ਸੂਰਜ ਦਾ ਅਵਤਾਰ ਹੋਇਆ, ਤੇ ਇਹ ਇਸਲਾਮੀ ਰਾਜ ਦਾ ਪ੍ਰਤਾਪ ਜਿਹੜਾ ਚੰਦਰਮਾ ਸੀ ਉਹ ਵੀ ਕਿਧਰੇ ਹੀ ਫਿੱਕਾ ਪੈ ਗਿਆ, ਅਲੋਪ ਹੀ ਹੋ ਗਿਆ। ਤੇ ਪਖੰਡੀਆਂ ਦੀ ਨਿਆਈ, ਜਿਹੜੇ ਤਾਰਿਆਂ ਦੀ ਨਿਆਈ, ਜਿਹੜੇ ਪਖੰਡੀ ਸਨ ਟਿਮਟਮਾ ਰਹੇ ਸੀ, ਆਪੋ ਆਪਣਾ ਪ੍ਰਤਾਪ ਦਿਖਾ ਰਹੇ ਸੀ, ਉਹ ਵੀ ਸਾਰੇ ਅਲੋਪ ਹੀ ਹੋ ਗਏ, ਕਿਧਰੇ ਹੀ ਚਲੇ ਗਏ। ਇਉਂ ਭਾਈ ਸਾਹਿਬ ਜੀ ਨੇ ਪ੍ਰਮਾਣ ਦਿੱਤੇ ਐ। ਫਿਰ ਕਿਹਾ ਕਿ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਤੇ ਇਹਦਾ ਜਦੋਂ ਅਰਥ ਸਮਝਣਾ ਹੋਵੇ, ਕਹਿੰਗੇ ਸਿੰਘ ਬੁੱਕੇ ਮਿਰਗਾਵਲੀ, ਜਦੋਂ ਸਿੰਘ ਬੁੱਕੇ ਮੁੱਕਦੇ ਐ, ਸਿੰਘ ਦਹਾੜਦੇ ਐ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ। ਜਿਹੜੀ ਮਿਰਗਾਂ ਦੀ ਡਾਰ ਹੈ ਨਾ ਫਿਰ ਭੱਜੀ ਜਾਂਦੀ ਹੈ, ਨਾ ਧੀਰ ਧਰੋਵਾ, ਉਹ ਧੀਰਜ ਨਹੀਂ ਧਾਰਦੀ, ਫਿਰ ਡਰਦੇ ਹੀ ਭੱਜ ਜਾਂਦੇ ਜਦੋਂ ਸ਼ੇਰ ਦਹਾੜਦਾ ਹੈ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸ਼ਬਦ ਦੀ ਦਹਾੜ ਲਾਈ ਸੱਚੇ ਪਾਤਸ਼ਾਹ ਨੇ। ਜਿਹੜੇ ਪਾਪਾਂ ਰੂਪੀ ਹਿਰਨ ਸੀ ਨਾ, ਜੀਆਂ ਦੇ ਹਿਰਦੇ ਦੀ ਧਰਤੀ ਤੋਂ ਕਿਧਰੇ ਹੀ ਭੱਜ ਗਏ, ਡਾਰਾਂ ਦੀਆਂ ਡਾਰਾਂ ਹੀ ਪਾਪ ਨੱਠ ਗਏ। ਨੂਰ ਸ਼ਾਹ ਜਾਦੂਗਰਨੀ ਪਾਪਣ ਸੀ, ਕਿੱਡੀ ਜਾਦੂ ਟੂਣੇ ਜਾਣਦੀ ਸੀ ਤੇ ਕਾਲੇ ਇਲਮ ਨੂੰ ਜਾਣਦੀ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨੂੰ ਵੀ ਬ੍ਰਹਮ ਗਿਆਨ ਦੀ ਦਾਤ ਦਿੱਤੀ। ਉਹਦੇ ਹਿਰਦੇ ਚੋਂ ਵੀ ਮਹਾਰਾਜ ਜੀ ਨੇ ਸਾਰੇ ਕੀਤੇ ਪਾਪ ਜਿਹੜੇ ਸੀ ਉਸ ਦੇ ਨਾਸ਼ ਕਰ ਦਿੱਤੇ ਹਜੂਰ ਨੇ। ਤੋ ਸੱਚੇ ਪਾਤਸ਼ਾਹ ਜੀ ਦਾ ਇਹ ਭਾਈ ਸਾਹਿਬ ਜੀ ਨੇ ਅਨੇਕਾਂ ਹੀ ਪ੍ਰਮਾਣਾਂ ਨਾਲ ਦੱਸਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਜਿਹੜਾ ਹੈ, ਕਹਿੰਦੇ ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਸੂਰਜਵਤ ਪ੍ਰਗਟ ਹੋਏ ਸੰਸਾਰ ਦੇ ਅੰਦਰ। ਜਿਹੜੀ ਧੁੰਦ ਪਈ ਹੋਈ ਸੀ ਨਾ, ਧੁੰਦਲਾਈ ਕਰ ਦਿੱਤਾ ਸੀ, ਸੱਚ ਦਿਸਦਾ ਹੀ ਕਿਤੇ ਨਹੀਂ ਸੀ, ਉਹ ਸਾਰੀ ਪਈ ਹੋਈ ਧੁੰਦ ਮਹਾਰਾਜ ਗੁਰੂ ਨਾਨਕ ਸਾਹਿਬ ਰੂਪੀ ਸੂਰਜ ਨੇ ਦੂਰ ਕਰ ਦਿੱਤੀ, ਨਾਸ਼ ਕਰ ਦਿੱਤੀ। ਇਉਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਹੋਰ ਵੀ ਵਾਕ ਆਉਂਦੇ ਐ। ਮਹਾਰਾਜ ਜੀ ਨੇ, ਉਹ ਵੀ ਸਿੱਖਾਂ ਨੇ ਪੁੱਛਿਆ ਸੀ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਅਵਤਾਰ ਕਿਹੜੇ ਕਾਰਨ ਨੂੰ ਲੈ ਕਰਕੇ ਹੋਇਆ, ਤੇ ਮਹਾਰਾਜ ਜੀ ਨੇ ਫਿਰ ਇਹ ਵਾਕ ਕਹੇ ਸੀ ਕਿ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚਾ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਇੰਦਰੈ ਨੂੰ ਫਰਮਾਇਆ ਉਠਾ ਸ਼ਹਿਬਰ ਲਾਏ। ਉਹ ਫਿਰ ਉੱਥੇ ਇੰਦਰ ਬੱਦਲ ਜਿਹੜਾ ਹੈ ਉਹ ਇੰਦਰ ਦਾ ਨਾਂ ਨਹੀਂ ਹੈ, ਬੱਦਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੋਏ ਆ ਫਿਰ ਸੱਚੇ ਪਾਤਸ਼ਾਹ। ਫਿਰ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਮਹਾਰਾਜ ਨੇ ਆਪਣੇ ਉਪਦੇਸ਼ ਰੂਪੀ ਬੱਦਲ ਦਾ ਮੀਂਹ ਪਾਇਆ ਇਸ ਬਣਦੀ ਹੋਈ ਧਰਤੀ ਦੇ ਉੱਤੇ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਵਕਾਰਾਂ ਨਾਲ ਬਲਦੇ ਹਿਰਦੇ ਮਹਾਰਾਜ ਜੀ ਨੇ ਠਾਰ ਦਿੱਤੇ। ਸੱਚੇ ਪਾਤਸ਼ਾਹ ਨੇ ਜਿਹੜੇ ਸੜਦੇ ਸੀਗੇ, ਸਤਨਾਮ ਦਾ ਚੱਕਰ ਫਰਾਇਆ। ਭਾਈ ਸਾਹਿਬ ਜੀ ਕਹਿੰਦੇ ਸੱਚੇ ਨਾਮ ਦਾ ਮਹਾਰਾਜ ਜੀ ਨੇ ਇਹੋ ਜਿਹਾ ਚੱਕਰ ਫੇਰਿਆ, ਦਿਗਵਜਈ ਹੋਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਸਾਰੀ ਧਰਤੀ ਦਾ ਸਤਿਗੁਰੂ ਪਾਤਸ਼ਾਹ ਜੀ ਜਿੱਥੇ ਜਿੱਥੇ ਲੋਕ ਵਸਦੇ ਸੀ ਮਹਾਰਾਜ ਜੀ ਨੇ ਰਟਨ ਕੀਤਾ, ਗਰੀਬ ਨਵਾਜ ਨੇ। ਫਿਰ ਵੇਖੋ ਕਿੱਡੀ ਅਚਰਜ ਬਾਤ ਹੈ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਦੇਸ਼ ਵਿੱਚ ਜਾਂਦੇ ਸੀ ਉਥੋਂ ਦੀ ਦੇਸ਼ ਭਾਸ਼ਾ ਵਿੱਚ ਮਹਾਰਾਜ ਸਿੱਖਿਆ ਦਿੰਦੇ ਸੀ। ਇਸ ਧਰਤੀ ਦੀਆਂ ਸਾਰੀਆਂ ਬੋਲੀਆਂ ਹੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਾਣਦੇ ਸੀ। ਸੱਚੇ ਪਾਤਸ਼ਾਹ ਨਿਰੰਕਾਰ ਤੋਂ ਬਿਨਾਂ ਕੌਣ ਉਪਦੇਸ਼ ਫਿਰ ਦੇ ਸਕਦਾ ਹੋਰ। ਸੱਚੇ ਪਾਤਸ਼ਾਹ ਜੀ ਨੂੰ ਤਾਂ ਅੱਜ ਵੀ ਉਹ ਫਿਰ ਕੇ ਆਪਣੇ ਗੁਰੂ ਮੰਨਦੇ ਜਿਨ੍ਹਾਂ ਨੂੰ ਅਜੇ ਤੱਕ ਅਸੀਂ ਲੱਭ ਵੀ ਨਹੀਂ ਸਕੇ, ਜਾਣ ਹੀ ਨਹੀਂ ਸਕੇ ਕਿ ਭਾਈ ਇਹ ਕੌਣ ਹਨ। ਜੇ ਪੁੱਛੀਏ ਤਾਂ ਕਹਿੰਦੇ ਸਾਡੇ ਗੁਰੂ ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੈ। ਸਤਿਗੁਰੂ ਜੀ ਨੂੰ ਆਪਣਾ ਗੁਰੂ ਮੰਨਦੇ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਧਰਤੀ ਦੇ ਉੱਤੇ ਕਿਵੇਂ ਪ੍ਰਕਾਸ਼ ਕੀਤਾ ਹੈ ਇਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੱਸਦੇ ਹਨ। ਕਲ ਕੀਰਤ ਪ੍ਰਗਟ ਚਾਨਣ ਸੰਸਾਰ। ਮਹਾਰਾਜ ਕਹਿੰਦੇ ਕਲਯੁਗ ਦੇ ਅੰਦਰ ਨਾ ਗੁਰਸਿੱਖੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕੀਰਤਨ ਕਰਨਾ ਕੀਤਾ ਤੇ ਸੰਸਾਰ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਕਾਸ਼ ਹੀ ਪ੍ਰਕਾਸ਼ ਪ੍ਰਗਟ ਕਰ ਦਿੱਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੱਥੇ ਜਿੱਥੇ ਵੀ ਗਏ ਕੀਰਤਨ ਦੀ ਸ਼ਹਿਬਰ ਲਾਤੀ। ਸੱਚੇ ਪਾਤਸ਼ਾਹ ਨੇ ਜਦੋਂ ਕੀਰਤਨ ਕੀਤਾ ਸੀ ਤੇ ਉਹ ਦਸਤਗੀਰ ਪੀਰ ਕੀਰਤਨ ਹੀ ਕਹਿੰਦੇ ਨਹੀਂ ਕਰਨ ਦੇਣਾ ਤੇ ਰੋੜੇ ਮਾਰਨ ਆ ਗਏ ਸੀ, ਮਹਾਰਾਜ ਨੂੰ ਪੱਥਰ ਮਾਰਨ ਵਾਸਤੇ ਆ ਗਏ ਸੀ। ਸਾਰੀ ਬਗਦਾਦ ਨਗਰੀ ਇਕੱਠੀ ਹੋਈ ਸੀ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਥੇ ਉੱਚੀ ਥਾਂ ਤੇ ਚੜ੍ਹ ਕੇ ਉਹਨਾਂ ਦੇ ਨਮਾਜ਼ ਦਾ ਵਕਤ ਸੀ। ਤਵਸਬੀਆਂ ਨੂੰ ਭੁੱਲ ਹੀ ਗਿਆ ਕਿ ਸਾਡੇ ਨਮਾਜ਼ ਦਾ ਵਕਤ ਹੈ। ਉਹ ਤਾਂ ਪੱਥਰ ਮਾਰਨ ਲਈ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਹੱਥ ਚੱਕੇ ਉਤਾਂ ਨੂੰ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਇਹ ਤਾਂ ਪੱਥਰ ਮਾਰਨ ਲੱਗੇ, ਸੱਚੇ ਪਾਤਸ਼ਾਹ ਮਾਰ ਦੇਣਗੇ, ਏਡੀ ਨਗਰੀ ਆਈ ਹੈ, ਪੱਥਰ ਹੱਥ ਵਿੱਚ ਫੜੇ ਹੋਏ ਹੈ। ਸਤਿਗੁਰਾਂ ਜੀ ਨੇ ਫਿਰ ਉੱਚੇ ਥਾਂ ਤੇ ਚੜ੍ਹ ਕੇ ਕਿਹਾ ਸੀ ਗੁਰਬਰ ਅਕਾਲ ਸਤਿ ਸ੍ਰੀ ਅਕਾਲ। ਇਹ ਮਹਾਰਾਜ ਜੀ ਨੇ ਜਕਾਰਾ ਪਹਿਲੀ ਵਾਰੀ ਬਗਦਾਦ ਦੀ ਧਰਤੀ ਤੇ ਲਾਇਆ ਤੇ ਜਦੋਂ ਹਜੂਰ ਨੇ ਜਕਾਰਾ ਦਿੱਤਾ ਨਾ ਤੇ ਭਾਈ ਸਾਹਿਬ ਦੀ ਬਾਣੀ ਕਹਿੰਦੀ ਹੈ ਸੁਨ ਮੁਨ ਨਗਰੀ ਭਈ ਦੇਖ ਦੇਖ ਪੀਰ ਭਇਆ ਹੈਰਾਨਾ। ਉਹਨੂੰ ਪੀਰ ਨੂੰ ਸੋਝੀ ਰਹਿ ਗਈ, ਬਾਕੀ ਸਭ ਸੁੰਨ ਕਰ ਦਿੱਤੇ ਸੱਚੇ ਪਾਤਸ਼ਾਹ ਨੇ। ਜਿੱਥੇ ਜਿੱਥੇ ਬਾਹਾਂ ਸੀ ਚੱਕੀਆਂ ਹੀ ਰਹਿ ਗਈਆਂ ਸੀਗੀਆਂ। ਉਹ ਪੀਰ ਨੂੰ ਸੱਚੇ ਪਾਤਸ਼ਾਹ ਜੀ ਨੇ ਉਹਦੇ ਫਿਰ ਪੁੱਛੇ ਹੋਏ ਪ੍ਰਸ਼ਨਾਂ ਦੇ ਉੱਤਰ ਦਿੱਤੇ। ਸਾਖੀ ਲੰਮੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਜਿੱਥੇ ਵੀ ਗਏ ਗਰੀਬ ਨਵਾਜ ਨੇ ਕੀਰਤਨ ਕੀਤਾ। ਭਾਈ ਮਰਦਾਨਾ ਜੀ ਨੂੰ ਆਖਿਆ ਭਾਈ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਸੱਚੇ ਪਾਤਸ਼ਾਹ ਜੀ ਦੀ ਆਗਿਆ ਵਿੱਚ ਭਾਈ ਮਰਦਾਨਾ ਜੀ ਰਬਾਬ ਛੇੜਦੇ, ਹਜੂਰ ਬਾਣੀ ਆਪਣੇ ਸ਼੍ਰੀ ਕੰਠ ਤੋਂ ਉਚਾਰਦੇ ਤੇ ਸਾਧ ਸੰਗਤ ਜੀ ਇਉਂ ਜੀਆਂ ਦੇ ਅੰਦਰ ਜਿੱਥੇ ਪਾਪਾਂ ਦਾ ਹਨੇਰ ਪਿਆ ਹੋਇਆ ਸੀ ਮਹਾਰਾਜ ਨੇ ਸ਼ਬਦ ਦਾ ਪ੍ਰਕਾਸ਼ ਕਰ ਦਿੱਤਾ। ਇਹੋ ਜਿਹਾ ਪ੍ਰਕਾਸ਼ ਕੀਤਾ। ਵੇਖ ਲਓ ਸਿੰਗਲਾ ਦੀਪ ਦੇ ਰਾਜੇ ਸ਼ਿਵਨਾਗ ਨੇ ਮਹਾਰਾਜ ਦੇ ਪਰਖ ਲਈ ਉਹ ਪਦਮਨੀ ਜਾਤੀ ਦੀਆਂ ਲੜਕੀਆਂ ਭੇਜੀਆਂ ਸੀ ਨਾ, ਉਹਨਾਂ ਆ ਕਰਕੇ ਕਿਹਾ ਸੀ ਇਸਤਰੀ ਜਾਤ ਮੈਂ ਪਦਮਨ ਜਾਤੀ ਸੋ ਮੁਝ ਮੈਂ ਲਖਨ ਬਖਿਆਤੀ ਹਮ ਸੋ ਕੀਜੈ ਭੋਗ ਭੰਤ ਭਈ ਪੁਨ ਅੰਗਨਾ। ਇਹ ਸਤਿਗੁਰਾਂ ਜੀ ਨੂੰ ਆ ਕੇ ਜਦੋਂ ਉਹਨਾਂ ਨੇ ਵਾਕ ਕਹੇ ਤੇ ਹਜੂਰ ਨੇ ਕਿਹਾ ਭਾਈ ਮਰਦਾਨਿਆ ਰਬਾਬ ਛੇੜ। ਇਹ ਸਾਧ ਸੰਗਤ ਜੀ ਭਾਈ ਸਾਹਿਬ ਲਿਖਦੇ ਆ ਕਿ ਉਹਨਾਂ ਦੇ ਜਾਣ ਦਾ ਢੰਗ ਕਿਹੋ ਜਿਹਾ ਸੀਗਾ।
ਭਾਈ ਸਾਹਿਬ ਨੇ ਉਹਨਾਂ ਦੇ ਅੰਗਾਂ ਪ੍ਰਤੰਗਾਂ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਕਿ ਇਹੋ ਜਿਹੇ ਉਹਨਾਂ ਦੇ ਸੋਹਣੇ ਸਰੂਪ ਵੈ, ਜਾਣੋ ਕਿ ਉਹਨਾਂ ਦੇ ਚੱਲਣ ਨਾਲ ਜਿਹੜੇ ਗਹਿਣੇ ਹਿੱਲਦੇ ਆ ਕਾਮਦੇਵ ਦਾ ਨਗਾਰਾ ਹੀ ਵੱਜ ਰਿਹਾ ਹੋਵੇ। ਜਿਹੜੀ ਇਸ ਪ੍ਰਕਾਰ ਇਹ ਕਾਮਦੇਵ ਦੀ ਕਹਿੰਦੇ ਆ ਕਿ ਉਹ ਜਦੋਂ ਮੁਖ ਤੋਂ ਬੋਲਦੀਆਂ ਬੀਣਾ ਹੀ ਵੱਜ ਰਹੀ ਹੋਵੇ। ਇਹ ਕਹਿੰਦੇ ਆ ਰਾਜੇ ਸ਼ਿਵਨਾਭ ਦਾ ਬਹਾਨਾ ਪਾ ਕੇ ਗੁਰੂ ਨਾਨਕ ਸਾਹਿਬ ਨੇ ਜਿਹੜੀ ਹੈ ਕਾਮਦੇਵ ਨੇ ਜੁਰਤ ਕਰ ਲਈ ਹੋਵੇ ਗੁਰੂ ਨਾਨਕ ਸਾਹਿਬ ਜੀ ਉੱਤੇ ਜਿੱਤਣ ਦੀ, ਮਹਾਰਾਜ ਜੀ ਨੂੰ। ਇਉਂ ਕਾਮਦੇਵ ਆਪਣੀਆਂ ਫੌਜਾਂ ਲੈ ਕਰਕੇ ਜਿਵੇਂ ਚੜ ਪਿਆ ਹੋਏ ਸਤਿਗੁਰਾਂ ਜੀ ਨੂੰ ਜਿੱਤਣ ਲਈ। ਤੇ ਜਿਸ ਵਕਤ ਉਹਨਾਂ ਨੇ ਨਿਰਵਸਤਰ ਹੋ ਕਰਕੇ ਸਤਿਗੁਰਾਂ ਦੇ ਸਾਹਮਣੇ ਇਹ ਨਾਚ ਕਰਨਾ ਕੀਤਾ, ਹਾਵ ਭਾਵ ਪ੍ਰਗਟ ਕੀਤੇ ਹੈ, ਫਿਰ ਹਜੂਰ ਨੇ ਕਿਹਾ ਸੀ ਭਾਈ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਸੱਚੇ ਪਾਤਸ਼ਾਹ ਜੀ ਦੇ ਹੁਕਮ ਤੇ ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਦੇ ਉੱਤੇ ਸਾਧ ਸੰਗਤ ਜੀ ਜਿਹੜਾ ਸੀ ਸੁਰਾਂ ਉਹਦੀਆਂ ਜਿਹੜੀਆਂ ਲਾਉਣਾ ਕੀਤੀਆਂ, ਤੇ ਸਤਿਗੁਰਾਂ ਜੀ ਨੇ ਬਸੰਤ ਰਾਗ ਵਿੱਚ ਫਿਰ ਸ਼ਬਦ ਉਠਾਇਆ ਸੀ ਸੱਚੇ ਪਾਤਸ਼ਾਹ ਨੇ। ਇਹ ਗਰੀਬ ਨਵਾਜ ਨੇ ਬਸੰਤ ਰਾਗ ਵਿੱਚ ਉਹ ਸ਼ਬਦ ਪੜਿਆ ਜਿੱਥੇ ਕਿਹਾ ਗਾਛੋ ਪੁੱਤਰੀ ਰਾਜ ਕੁਆਰ, ਨਾਮ ਪੜੋ ਸਚ ਦੌਤ ਸਵਾਰ। ਉਹ ਸ਼ਬਦ ਹੀ ਉਹੋ ਜਿਹਾ ਮਹਾਰਾਜ ਨੇ ਉਹਨਾਂ ਅੰਦਰ ਪ੍ਰਕਾਸ਼ ਕੀਤਾ ਕਿ ਵਕਾਰਾਂ ਦਾ ਪਿਆ ਹੋਇਆ ਸਾਰਾ ਹਨੇਰ ਚੱਕ ਦਿੱਤਾ। ਮਹਾਰਾਜ ਨੇ ਵਸਤਰ ਧਾਰਨ ਕਰਕੇ ਹਜੂਰ ਦੇ ਚਰਨਾਂ ਦੀ ਸ਼ਰਨ 'ਚ ਬੈਠ ਗਈਆਂ, ਸਮਾਧੀ ਲੱਗ ਗਈ ਉਹਨਾਂ ਦੀ। ਸਤਿਗੁਰਾਂ ਜੀ ਨੇ ਅੰਦਰ ਹੀ ਪ੍ਰਕਾਸ਼ ਕਰ ਦਿੱਤਾ। ਦਿਨ ਚੜ੍ਹਨ ਤੋਂ ਜਦੋਂ ਰਾਜੇ ਪਾਸ ਆਈਆਂ, ਰਾਜਾ ਕਹਿੰਦਾ ਕਿਹੇ ਜੇ ਵੇਖੇ ਮਹਾਂਪੁਰਖ? ਕਹਿੰਦੀ ਰਾਜਾ ਅੱਜ ਤੋਂ ਬਾਅਦ ਤੇਰੀ ਨੌਕਰੀ ਨਹੀਂ ਹੁਣ ਕਰਨੀ। ਕਹਿਣ ਲੱਗਾ ਕੀ ਗੱਲ ਵੈ? ਕਹਿੰਦੀਆਂ ਕਿ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਨੂੰ ਆਪਣੇ ਜੀਵਨ ਦੀ ਸੋਝੀ ਪਈ ਹੈ, ਸਾਰਾ ਜੀਵਨ ਵਿਸ਼ਿਆਂ ਵਕਾਰਾਂ 'ਚ ਲੰਘ ਗਿਆ, ਹੁਣ ਤਾਂ ਵਕਾਰ ਸਾਨੂੰ ਕਾਂ ਵਿਸ਼ਟਾ ਦੀ ਤਰ੍ਹਾਂ ਪ੍ਰਤੀਤ ਹੁੰਦੇ ਐ, ਰਹਿੰਦੀ ਜ਼ਿੰਦਗੀ ਬੰਦਗੀ ਕਰਕੇ ਹੁਣ ਆਪਣੀ ਸਫਲੀ ਕਰਾਂਗੀਆਂ। ਰਾਜੇ ਸ਼ਿਵਨਾਭ ਨੂੰ ਪਤਾ ਲੱਗ ਗਿਆ ਕਿ ਸਭ ਸਮਰੱਥ ਗੁਰੂ ਤੋਂ ਬਿਨਾਂ ਕੋਈ ਹੋਰ ਨਹੀਂ ਹੋ ਸਕਦਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੰਗਲਾ ਦੀਪ ਦੇ ਰਾਜੇ ਸ਼ਿਵਨਾਭ ਨੂੰ ਨਿਹਾਲ ਕੀਤਾ। ਉਹਦੀਆਂ ਪਦਮਨੀ ਜਾਤੀ ਦੀਆਂ ਇਸਤਰੀਆਂ ਜਿਹੜੀਆਂ ਸੀ ਵਕਾਰ ਚਿੱਤ ਲੈ ਕਰਕੇ ਆਈਆਂ, ਉਹਨਾਂ ਦੇ ਅੰਦਰੋਂ ਵੀ ਮਹਾਰਾਜ ਜੀ ਨੇ ਕੀਰਤਨ ਕਰਕੇ ਵਾਹਿਗੁਰੂ ਦੀ ਕੀਰਤੀ ਨਾਲ ਸ਼ਬਦ ਦੇ ਪ੍ਰਕਾਸ਼ ਨਾਲ ਮਹਾਰਾਜ ਕਹਿੰਦੇ ਭਾਈ ਸਾਰਾ ਸੰਸਾਰ ਰੋਸ਼ਨਾ ਦਿੱਤਾ ਸੱਚੇ ਪਾਤਸ਼ਾਹ ਨੇ। ਇਹ ਫਿਰ ਸਾਧ ਸੰਗਤ ਜੀ ਐਸੀ ਬਖਸ਼ਿਸ਼ ਮਹਾਰਾਜ ਨੇ ਕੀਤੀ ਹੈ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਕਲਯੁਗ ਦੇ ਅੰਦਰ ਜਿਹੜੀ ਕੂੜ ਦੀ ਕਾਲੀ ਬੋਲੀ ਰਾਤ ਪਈ ਸੀ, ਚੜਿਆ ਹੋਇਆ ਸੱਚ ਜਾਂ ਚੰਦਰਮਾ ਨਹੀਂ ਸੀ ਦਿਖਾਈ ਦਿੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਜਦੋਂ ਧਰਤੀ ਨੇ ਬੇਨਤੀ ਕੀਤੀ ਸੀਗੀ ਕਿ ਮਹਾਰਾਜ ਮੈਂ ਗਰਕ ਜਾਵਾਂਗੀ ਤੇ ਫਿਰ ਮੇਰੇ ਕੋਈ ਠਹਿਰਾ ਦਾ ਯਤਨ ਕਰੋ, ਤੇ ਫਿਰ ਆਕਾਸ਼ਵਾਣੀ ਹੋਈ ਸੀ ਧਰਤੀ ਨੂੰ ਕਿ ਇਹ ਧਰਤੀ ਤੇਰੇ ਉੱਤੇ ਅਸੀਂ ਹੁਣ ਆਪ ਅਵਤਾਰ ਧਾਰਾਂਗੇ, ਤੇ ਜਿੱਥੇ ਜਿੱਥੇ ਅਸੀਂ ਕੀਰਤਨ ਕਰਾਂਗੇ ਨਾ, ਜਿਵੇਂ ਜਿਵੇਂ ਕੀਰਤਨ ਕਰਾਂਗੇ ਤਿਵੇਂ ਤਿਵੇਂ ਤੇਰੇ ਤੋਂ ਪਾਪਾਂ ਦੀ ਨਿਵਰਤੀ ਹੁੰਦੀ ਚਲੀ ਜਾਵੇਗੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਨਿਰੰਕਾਰ ਨੇ ਵਾਹਿਗੁਰੂ ਨੇ ਹੀ ਧਰਤੀ ਨੂੰ ਧੀਰਜ ਦੇਣਾ ਕੀਤੀ ਸੀਗੀ। ਸੱਚੇ ਸੁਣਿਆ ਕੰਨ ਦੇ ਧੀਰਜ ਦੇਵੈ ਸਹਿਜ ਸੁਭਾਏ। ਇਹ ਸੁਤੇ ਹੀ ਮਹਾਰਾਜ ਫਿਰ ਧੀਰਜ ਦਿੱਤੀ ਧਰਤੀ ਨੂੰ ਕਿ ਹੁਣ ਤੂੰ ਫਿਕਰ ਨਾ ਕਰ, ਅਸੀਂ ਤੇਰੇ ਤੇ ਆ ਕੇ ਜਿਵੇਂ ਜਿਵੇਂ ਕੀਰਤਨ ਕਰਾਂਗੇ। ਕਈ ਇਹੋ ਜਿਹੇ ਨਾਸਤਕ ਕਹਿੰਦੇ ਗੱਲਾਂ ਕਹਿਣੀਆਂ ਨਹੀਂ ਚਾਹੀਦੀਆਂ ਕਿ ਧਰਤੀ ਕਿੱਥੋਂ, ਵੇਖੋ ਧਰਤੀ ਪੁਕਾਰ ਕਰ ਸਕਦੀ ਹੈ, ਧਰਤੀ ਤਾਂ ਕਹਿੰਦੇ ਬੋਲ ਹੀ ਨਹੀਂ ਸਕਦੀ। ਸਾਇੰਸ ਵੀ ਮੰਨਦੀ ਹੈ ਕਿ ਧਰਤੀ ਚੋਂ ਆਵਾਜ਼ਾਂ ਆਉਂਦੀਆਂ ਨੇ, ਪਰ ਸਾਧ ਸੰਗਤ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ, ਫਰੀਦ ਜੀ ਨੇ ਕਿਹਾ ਜਿਵੇਂ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ। ਉਹ ਸਾਧ ਸੰਗਤ ਜੀ ਵੇਖੋ ਕਿ ਭਾਵੇਂ ਆਸਮਾਨ ਗੱਲਾਂ ਕਰਦਾ, ਉਹ ਕਹਿੰਦੇ ਆ, ਪਰ ਉਹ ਮੰਨਦੇ ਆ ਕਿ ਨਹੀਂ ਕਰਦਾ, ਪਰ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਆ ਆਸਮਾਨ ਵੀ ਗੱਲਾਂ ਕਰਦਾ, ਧਰਤੀ ਵੀ ਗੱਲਾਂ ਕਰਦੀ ਹੈ। ਜਿਹੜੇ ਸਮਰੱਥ ਹੈ ਨਾ, ਜਿਨ੍ਹਾਂ ਨੂੰ ਨਾਮ ਵਿੱਚ ਸੁਰਤ ਲੱਗ ਜਾਂਦੀ ਹੈ, ਉਹ ਰੁੱਖਾਂ ਦੀਆਂ ਵੀ ਗੱਲਾਂ ਸੁਣ ਲੈਂਦੇ ਆ, ਪੱਥਰਾਂ ਦੀਆਂ ਵੀ ਗੱਲਾਂ ਸੁਣ ਲੈਂਦੇ ਆ, ਉਹ ਧਰਤੀ ਤੇ ਆਕਾਸ਼ ਦੀਆਂ ਹੁੰਦੀਆਂ ਵੀ ਗੱਲਾਂ ਸੁਣ ਲੈਂਦੇ ਆ। ਸਮਰੱਥ ਇਹਨਾਂ ਦੀ ਬਾਤਚੀਤ ਨੂੰ ਸੁਣ ਲੈਂਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਗੁਰੂ ਅਮਰਦਾਸ ਸਾਹਿਬ ਦੇ ਵਾਕ ਨੇ ਕਿ ਧਰਤੀ ਨੇ ਪੁਕਾਰ ਕੀਤੀ ਸੀਗੀ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ। ਇਹਨੇ ਅਰਦਾਸ ਕੀਤੀ ਸੀ, ਫਿਰ ਆਪ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਹੋ ਕਰਕੇ ਕਲਯੁਗ ਦੇ ਪਾਪਾਂ ਦੀ ਰਾਤ ਨੂੰ ਦੂਰ ਕਰਨ ਵਾਸਤੇ ਕਲ ਕੀਰਤ ਪ੍ਰਗਟ ਚਾਨਣ ਸੰਸਾਰ। ਸੰਸਾਰ ਦੇ ਅੰਦਰ ਜਿਹੜਾ ਚਾਨਣ ਸੀ ਪ੍ਰਕਾਸ਼, ਉਹ ਕਿਵੇਂ ਪ੍ਰਗਟ ਕੀਤਾ?
ਮਹਾਰਾਜ ਨੇ ਕਲਯੁਗ ਦੀ ਕਾਲੀ ਬੋਲੀ ਰਾਤ ਨੂੰ, ਪਾਪਾਂ ਰੂਪੀ ਰਾਤ ਨੂੰ ਨਾਸ਼ ਕਰਨ ਲਈ ਗੁਰਬਾਣੀ ਦੇ ਕੀਰਤਨ ਦਾ ਪ੍ਰਕਾਸ਼ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਇਸ ਜਗ ਮਹਿ ਚਾਨਣ ਪ੍ਰਕਾਸ਼ ਗੁਰਬਾਣੀ ਹੈ। ਹੋਰ ਸਾਰੇ ਸਾਧ ਸੰਗਤ ਜੀ ਪ੍ਰਕਾਸ਼ ਜਿਹੜੇ ਆ ਨਾ ਉਹ ਮਹਾਰਾਜ ਸਾਹਿਬ ਜੀ ਤੋਂ ਅੱਗੇ ਲਏ ਹੋਏ ਐ। ਆਪ ਖੁਦ ਗੁਰਬਾਣੀ ਸ਼ਬਦ ਹੀ ਪ੍ਰਕਾਸ਼ ਰੂਪ ਹੈ। ਮਹਾਰਾਜ ਕਹਿੰਦੇ ਭਾਈ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਜਦੋਂ ਬਖਸ਼ਿਸ਼ ਹੁੰਦੀ ਉਦੋਂ ਫਿਰ ਮਨ ਅੰਦਰ ਆ ਕਰਕੇ ਵਸ ਜਾਂਦਾ ਹੈ ਇਹ ਪ੍ਰਕਾਸ਼। ਸਤਿਗੁਰੂ ਜੀ ਜਿੱਥੇ ਕੀਰਤਨ ਕਰਦੇ, ਜਿਹੜੇ ਫਿਰ ਇਹ ਦਸਤਗੀਰ ਪੀਰ ਵੀ ਮਹਾਰਾਜ ਦਾ ਸੇਵਕ ਬਣਿਆ ਸੀ। ਮੁਸਲਮਾਨਾਂ ਨੇ ਸਤਿਗੁਰਾਂ ਜੀ ਦੀ ਜਿਹੜੀ ਸਿੱਖਿਆ ਸੀ ਉਹ ਧਾਰਨ ਕੀਤੀ ਸੀ। ਇਸੇ ਕਰਕੇ ਭਾਈ ਸਾਹਿਬ ਨੇ ਲਿਖਿਆ ਕਿ ਗੜ ਬਗਦਾਦ ਨਵਾਇਕ ਹੈ, ਮੱਕਾ ਮਦੀਨਾ ਆਣ ਨਵਾਇਆ। ਐਡਾ ਗੜ ਸੀ ਇਸਲਾਮ ਦਾ, ਬਗਦਾਦ ਝੁਕਾਤਾ ਸਤਿਗੁਰੂ ਜੀ ਨੇ। ਸਿੱਧ ਪੀਰ ਸਭ ਚਰਨੀ ਲਾਇਆ। ਭਾਈ ਸਾਹਿਬ ਜੀ ਨੇ ਕਿਹਾ ਕਿ ਜਿੰਨੇ ਸਿੱਧ ਸੀ, ਜਿੰਨੇ ਪੀਰ ਫਕੀਰ ਸੀ, ਸਭ ਮਹਾਰਾਜ ਜੀ ਨੇ ਚਰਨੀ ਲਾ ਤੇ ਸੱਚੇ ਪਾਤਸ਼ਾਹ ਜੀ ਨੇ ਇਹੋ ਜਿਹਾ ਮਹਾਰਾਜ ਸ਼ਬਦ ਦਾ ਪ੍ਰਕਾਸ਼ ਧਰਤੀ ਦੇ ਉੱਤੇ ਕੀਤਾ। ਚਾਨਣ ਹੀ ਚਾਨਣ ਕਰ ਦਿੱਤਾ ਗਰੀਬ ਨਵਾਜ ਨੇ। ਗੁਰਮੁਖ ਕੋਈ ਉਤਰੈ ਪਾਰ। ਫਿਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆ ਭਾਈ ਜਿਹੜਾ ਪ੍ਰਕਾਸ਼ ਹੁੰਦਾ ਨਾ ਉਹ ਸਾਧ ਸੰਗਤ ਜੀ ਉੱਲੂ ਵਾਸਤੇ ਨੇਰ ਹੀ ਪਿਆ ਰਹਿੰਦਾ ਹੈ। ਜਿਹੜਾ ਉੱਲੂ ਹੈ ਨਾ ਉਹ ਚੜਿਆ ਸੂਰਜ ਕਿਤੇ ਲੁਕਦਾ ਫਿਰਦਾ, ਕਹਿੰਦਾ ਇੰਨਾ ਹਨੇਰ ਪਿਆ ਹੋਇਆ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਤਾਂ ਵੇਖੋ ਸ਼ਬਦ ਦਾ ਪ੍ਰਕਾਸ਼ ਕੀਤਾ ਹੈ। ਉਹ ਨਿੰਦਕ ਲੋਕ ਜਿਹੜੇ ਉੱਲੂ ਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਤੋਂ ਸਾਧ ਸੰਗਤ ਜੀ ਵਾਂਝੇ ਰਹਿ ਗਏ। ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਫਿਰ ਜਿਹੜੇ ਸਨਮੁਖ ਹੋਏ ਨਾ ਗੁਰੂ ਸਾਹਿਬ ਜੀ ਦੇ, ਕੋਈ ਗੁਰਮੁਖ ਜਿਨ੍ਹਾਂ ਨੇ ਫਿਰ ਮਹਾਰਾਜ ਕਹਿੰਦੇ ਭਾਈ ਸ਼ਬਦ ਦਾ ਜਿਹੜਾ ਸੀ ਪ੍ਰਕਾਸ਼ ਸਤਿਗੁਰੂ ਜੀ ਤੋਂ ਪ੍ਰਾਪਤ ਕੀਤਾ ਤੇ ਉਹ ਸੰਸਾਰ ਸਮੁੰਦਰ ਤੋਂ ਮਹਾਰਾਜ ਕਹਿੰਦੇ ਭਾਈ ਪਾਰ ਉਤਰ ਗਏ। ਜਿਸ ਨੂੰ ਨਦਰ ਕਰੇ ਤਿਸ ਦੇਵੈ। ਜਿਸ ਉਤੇ ਮਹਾਰਾਜ ਜੀ ਨਦਰ ਕਰਦੇ ਨਾ ਮਿਹਰ ਦੀ, ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਿੰਦੇ। ਜਿਵੇਂ ਸਤਿਗੁਰਾਂ ਜੀ ਦੇ ਜਿਹੜੇ ਸਹੁਰਾ ਸਾਹਿਬ ਸੀਗੇ ਮੂਲ ਚੰਦ ਜੀ ਤੇ ਮਹਾਰਾਜ ਦੀ ਸੱਸ ਚੰਦੋ ਰਾਣੀ, ਇਹ ਸਤਿਗੁਰੂ ਜੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪਹਿਲੀ ਉਦਾਸੀ 12 ਸਾਲ ਮਹਾਰਾਜ ਸਾਹਿਬ ਜੀ ਘਰ ਆਏ ਸੀ 12 ਸਾਲ ਬਾਅਦ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਫਿਰ ਚੰਦੋ ਰਾਣੀ ਨੇ ਉਲੰਭੇ ਦਿੱਤੇ ਸੀ ਬਹੁਤ ਜ਼ਿਆਦਾ, ਤੇ ਬੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖਫੇ ਹੋਈ, ਬੜਾ ਝਗੜਾ ਕੀਤਾ। ਸਤਿਗੁਰੂ ਜੀ ਸ਼ਾਂਤ ਚਿੱਤ ਮਹਾਰਾਜ ਬੈਠੇ ਰਹੇ, ਕੋਈ ਉੱਤਰ ਨਹੀਂ ਮਹਾਰਾਜ ਦਿੱਤਾ। ਤੇ ਫਿਰ ਅਜਿੱਤੇ ਰੰਧਾਵੇ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਜੀ ਇਹਨਾਂ ਦਾ ਕੀ ਦੋਸ਼ ਹੈ ਮਹਾਰਾਜ, ਇਹ ਤੁਹਾਡੇ ਰਿਸ਼ਤੇਦਾਰ ਨੇ, ਇਹ ਦੋਸ਼ ਹੈ ਇਹਨਾਂ ਦਾ। ਮਹਾਰਾਜ ਜਿੱਥੇ ਇੰਨੇ ਜੀਆਂ ਦਾ ਭਲਾ ਕੀਤਾ ਇਹਨਾਂ ਨੂੰ ਵੀ ਸੋਝੀ ਦਿਓ ਸੱਚੇ ਪਾਤਸ਼ਾਹ, ਤੁਹਾਨੂੰ ਫਿੱਕੇ ਬੋਲ ਨਾ ਬੋਲਣ। ਇਹ ਮਹਾਰਾਜ ਜੀ ਜਾਣਦੇ ਨਹੀਂ ਕਿ ਆਪ ਕੌਣ ਹੋ, ਕਿਉਂਕਿ ਤੁਸੀਂ ਜਿਹਨੂੰ ਖੁਦ ਨਹੀਂ ਨਾ ਜਣਾਉਂਦੇ ਉਹ ਜਾਣ ਨਹੀਂ ਸਕਦਾ। ਮਹਾਰਾਜ ਤੁਹਾਨੂੰ ਆਪ ਕਿਰਪਾ ਕਰਕੇ ਮਹਾਰਾਜ ਜਣਾਓ, ਸੋਝੀ ਦਿਓ। ਮਹਾਰਾਜ ਹੱਸ ਪਏ। ਸਤਿਗੁਰੂ ਕਹਿੰਦੇ ਚੰਗਾ ਜਿੱਤਿਆ, ਕੱਲ ਨੂੰ ਆਉਣਗੇ ਫਿਰ ਇਹ ਤੇਰੀ ਬੇਨਤੀ ਅਸੀਂ ਪ੍ਰਵਾਨ ਕੀਤੀ ਹੈ। ਜਦੋਂ ਅਗਲੇ ਦਿਨ ਆਏ ਤਾਂ ਮਹਾਰਾਜ ਨੇ ਦ੍ਰਿਸ਼ਟੀ ਨਾਲ ਹੀ ਤੱਕਿਆ ਚੰਦੋ ਰਾਣੀ ਵੱਲ, ਉੱਥੇ ਹੀ ਚੁੱਪ ਹੋ ਗਈ। ਸਤਿਗੁਰਾਂ ਜੀ ਦੀ ਦ੍ਰਿਸ਼ਟੀ ਪੈਂਦਿਆਂ ਹੀ ਮਹਾਰਾਜ ਨੇ ਅੰਦਰ ਵਿਲਕਦਾ ਹਿਰਦਾ ਹੀ ਸ਼ਾਂਤ ਕਰ ਦਿੱਤਾ। ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਸੀਸ ਝੁਕ ਗਿਆ ਚੰਦੋ ਰਾਣੀ ਦਾ ਮਹਾਰਾਜ ਦੇ ਅੱਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਭਾਈ ਮੂਲ ਚੰਦ ਜੀ ਵੀ ਬੈਠ ਗਏ। ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਹੀ ਹੈ ਨਾ, ਜਿਹਦੇ ਉੱਤੇ ਸਤਿਗੁਰੂ ਜੀ ਕਰ ਦਿੰਦੇ ਆ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ, ਜਿਸ ਨੂੰ ਨਦਰ ਕਰੇ ਤਿਸ ਦੇਵੈ। ਕਹਿੰਦੇ ਨਿਰੰਕਾਰ ਦੀ ਮਰਜ਼ੀ ਹੈ, ਜਿਸ ਉੱਤੇ ਆਪਣੀ ਮਿਹਰ ਦੀ ਨਿਗਾਹ ਕਰਦਾ ਤਿਸ ਨੂੰ ਆਪਣੇ ਇਹ ਕੀਰਤ ਦਾ ਨਾਮ ਦਾ ਪ੍ਰਕਾਸ਼ ਮਹਾਰਾਜ ਜੀ ਦੇ ਦਿੰਦੇ ਆ। ਨਾਨਕ ਗੁਰਮੁਖ ਰਤਨ ਸੋ ਲੇਵੈ। ਹਜੂਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆ ਕਿ ਉਹ ਫਿਰ ਮੁਖੀ ਗੁਰੂ ਜੀ ਤੋਂ ਨਾਮ ਦਾ ਰਤਨ, ਜਿਹਨੂੰ ਲੈ ਕਰਕੇ ਹੋਰ ਰਤਨ ਨਾ ਪ੍ਰੀਤੀ ਕੋਈ ਰਹਿ ਹੀ ਨਾ ਜਾਵੇ, ਉਹ ਫਿਰ ਗੁਰਮੁਖ ਲੈ ਲੈਂਦੇ ਆ। ਨਾਮ ਦਾ ਰਤਨ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲਿਆ ਗੁਰਸਿੱਖਾਂ ਨੇ, ਜਿਨ੍ਹਾਂ ਨੇ ਸਤਿਗੁਰਾਂ ਜੀ ਕੋ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖੋ ਇਹਨਾਂ ਸਤਿਗੁਰਾਂ ਨੇ ਪ੍ਰਿਥਵੀ ਦਾ ਰਟਨ ਕੀਤਾ ਤੇ ਸਤਿਗੁਰੂ ਜੀ ਦੇ ਕੋਲੋਂ ਹੱਥ ਅੱਡ ਕੇ ਜਦੋਂ ਸਿੱਖੀ ਮੰਗਦੇ ਨਾ ਉਦੋਂ ਮਹਾਰਾਜ ਸਿੱਖੀ ਦਿੰਦੇ ਸੀ ਸੱਚੇ ਪਾਤਸ਼ਾਹ ਜੀ। ਤੇ ਆਪਾਂ ਤਾਂ ਕਹਿੰਦੇ ਆ ਭਾਈ ਸਿੱਖ ਬਣੋ, ਸਿੱਖ ਬਣੋ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਸਿੱਖੀ ਉਦੋਂ ਦਿੰਦੇ ਸੀ ਜਦੋਂ ਹੱਥ ਜੋੜ ਕਰਕੇ ਦੇਵਲੂਤ ਨੇ, ਰਾਖਸ਼ ਨੇ ਵੀ ਆਖਿਆ ਸੀ ਮਹਾਰਾਜ ਮੈਨੂੰ ਆਪ ਦਾ ਸਿੱਖ ਬਣਾ ਲਓ।
ਕੌਡੇ ਰਾਖਸ਼ ਨੇ ਸਤਿਗੁਰਾਂ ਜੀ ਦੇ ਕੋਲੋਂ ਸਿੱਖੀ ਮੰਗੀ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਰਾਖਸ਼ਾਂ ਨੂੰ ਵੀ ਸਿੱਖ ਬਣਾ ਦਿੱਤਾ। ਹੁਣ ਜਿਹੜੇ ਮਨੁੱਖ ਸੀ ਜਦੋਂ ਕਿਰਪਾ ਦ੍ਰਿਸ਼ਟੀ ਸਤਿਗੁਰੂ ਕਰਨ ਤੇ ਫਿਰ ਕੀ ਬਾਤ ਹੈ। ਪਰ ਸਾਧ ਸੰਗਤ ਜੀ ਜਿਹੜੇ ਭਾਗਾਂ ਤੋਂ ਹੀਣੇ ਉੱਲੂ ਕਿਸਮ ਦੇ ਲੋਕ, ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਹੜਾ ਸਤਿਗੁਰੂ ਜੀ ਦੇ ਸਾਹਮਣੇ ਉਵੇਂ ਆਇਆ ਨਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤੀ, ਕਿਉਂਕਿ ਨਿਰੰਕਾਰ ਆਪ ਨੇ। ਇਹ ਕੇਵਲ ਕਹਿੰਦੇ ਮਲਕ ਭਾਗੋ ਜਿਹੜਾ ਝੁਕਿਆ ਨਹੀਂ ਮਹਾਰਾਜ ਦੇ ਅੱਗੇ। ਇਹ ਜਦੋਂ ਸਤਿਗੁਰੂ ਜੀ ਨੂੰ ਜ਼ਬਰਦਸਤੀ ਪਕੜ ਕੇ ਲਿਜਾਣਾ ਚਾਹੁੰਦਾ ਸੀ ਨਾ, ਉਵੇਂ ਹੀ ਫਿਰ ਅੱਗ ਬਗੂਲਾ ਹੋਇਆ, ਉਥੋਂ ਚਲਿਆ ਗਿਆ। ਜਾਂ ਜਿਹੜੇ ਸਰੇਬੜੇ ਦੀ ਬਾਤ ਆਈ ਸੀ ਪਿੱਛੇ, ਇਹ ਜਿਹੜੇ ਸਤਿਗੁਰਾਂ ਦੇ ਚਰਨਾਂ ਤੇ ਝੁਕਦੇ ਨਹੀਂ ਨਾ ਸਾਧ ਸੰਗਤ ਜੀ, ਉਹਨਾਂ ਨੂੰ ਫਿਰ ਇਹ ਦਾਤ ਨਹੀਂ ਪ੍ਰਾਪਤ ਹੁੰਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਗੁਰਮੁਖ ਬਣ ਕੇ ਸਤਿਗੁਰਾਂ ਜੀ ਦੇ ਸਨਮੁਖ ਹੁੰਦੇ ਆ, ਉਹ ਗੁਰਮੁਖ ਫਿਰ ਮਹਾਰਾਜ ਮੁਖੀ ਗੁਰੂ ਜੀ ਤੋਂ ਨਾਮ ਰੂਪੀ ਰਤਨ ਨੂੰ ਲੈ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਨਿਹਾਲ ਹੋ ਜਾਂਦੇ ਆ। ਪੌੜੀ ਦੁਆਰਾ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਭਗਤਾਂ ਤੈ ਸਹਿ ਸਾਰਿਆ। ਇਹ ਸਿੱਖਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ ਜਿਹੜੇ ਭਗਤ ਵੈ ਤੇ ਸੰਸਾਰੀ ਲੋਕ ਹੈ, ਇਹਨਾਂ ਦਾ ਮਹਾਰਾਜ ਮਿਲਾਪ ਕਿਉਂ ਨਹੀਂ ਹੁੰਦਾ, ਇਹਨਾਂ ਦਾ ਜੋੜ ਕਿਉਂ ਨਹੀਂ ਬਣਦਾ? ਤੋ ਸਤਿਗੁਰੂ ਜੀ ਦੱਸਦੇ ਹਨ, ਭਾਵੇਂ ਇੱਕ ਘਰ 'ਚ ਹੀ ਹੋਣ, ਵੇਖ ਲਓ ਜਿਹੜੇ ਭਗਤ ਪ੍ਰਹਲਾਦ ਜੀ ਸੀਗੇ ਤੋ ਹਰਨਾਕਸ਼ ਦਾ ਕਿਹੜਾ ਜੋੜ ਬਣਿਆ ਭਗਤ ਪ੍ਰਹਲਾਦ ਜੀ ਨਾਲ। ਇਵੇਂ ਘਰ ਵਿੱਚ ਸਾਧ ਸੰਗਤ ਜੀ ਜਿਹੜੇ ਆ ਉਹ ਸੰਸਾਰੀ ਮਾਂ ਪਿਓ ਪੁੱਤਰ ਭਗਤ ਹੋ ਜੇ ਤੇ ਆਪਣੇ ਅਨੁਸਾਰ ਚਲਾਉਣਾ ਚਾਹੁੰਦੇ ਆ, ਉਹਨੂੰ ਕਹਿੰਦੇ ਆ ਲੈ ਹਰ ਵੇਲੇ ਹੀ ਬਾਣੀ ਪੜ੍ਹੀ ਜਾਣੀ ਹੈ, ਤੂੰ ਐਵੇਂ ਸਵੇਰੇ ਸਵੇਰੇ ਉੱਠ ਕੇ ਬਹਿ ਜਾਣਾ, ਸੌਣ ਨਹੀਂ ਦਿੰਦਾ। ਵੇਖੋ ਭਾਗ ਜਾਗੇ ਬਈ ਤੁਹਾਡੇ ਘਰ ਇਹੋ ਜਿਹਾ ਪੁੱਤਰ ਪੈਦਾ ਹੋ ਗਿਆ ਜਿਹੜਾ ਅੰਮ੍ਰਿਤ ਵੇਲੇ ਉੱਠਣਾ ਪਸੰਦ ਕਰਦਾ ਹੈ, ਬਾਣੀ ਦੇ ਵਿੱਚ ਚਿੱਤ ਜੋੜਦਾ ਹੈ। ਤੇ ਮਾਂ ਪਿਓ ਇਹੋ ਜਿਹੇ ਅਲਪੱਗ ਹੁੰਦੇ ਐ, ਗਾਫਲਤਾਈ ਨਾਲ ਮੱਤ ਮਾਰੀ ਹੁੰਦੀ ਹੈ, ਉਹਨੂੰ ਇਹੀ ਕਹੀ ਜਾਂਦੇ ਆ ਕਿ ਤੂੰ ਅੰਮ੍ਰਿਤ ਵੇਲੇ ਨਾ ਉੱਠਿਆ ਕਰ, ਹਰ ਵੇਲੇ ਬਾਣੀ ਥੋੜੋ ਪੜੀ ਦੀ ਹੈ, ਕੁਝ ਚਿਰ ਫਿਲਮ ਵੀ ਵੇਖੀ ਦੀ ਹੈ, ਹੱਸੀ ਖੇਡੀ ਦਾ ਹੈ, ਘਰ ਵਿੱਚ ਮਿਲੀ ਗਿਲੀ ਦਾ ਹੈ। ਉਹ ਇਹ ਨਹੀਂ ਸੋਚਦੇ ਕਿ ਇਹਦਾ ਮਨ ਉਪਰਾਮ ਹੋਇਆ, ਕੋਈ ਪਿਛਲੇ ਪੁੰਨ ਕਰਮ ਜਾਗੇ ਤੇ ਭਾਈ ਅਸੀਂ ਵੀ ਇਹਦੇ ਨਾਲ ਭਜਨ ਵਿੱਚ ਜੁੜੀਏ। ਨਹੀਂ, ਉਹ ਤੇ ਆਪਣੇ ਬੱਚਿਆਂ ਨੂੰ ਵੀ ਸਗੋਂ ਸਾਧ ਸੰਗਤ ਜੀ ਜਿਹੜਾ ਹੈ ਉਹ ਇਧਰ ਨੂੰ ਸੰਸਾਰ ਵੱਲ ਨੂੰ ਲਾਉਣ ਦਾ ਯਤਨ ਕਰਦੇ ਐ। ਫਿਰ ਕੀ ਜਿਹੜੇ ਦ੍ਰਿੜ ਇਰਾਦੇ ਵਾਲੇ ਹੁੰਦੇ ਐ, ਭਾਵੇਂ ਕਿ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਮਾਤਾ ਪਿਤਾ ਦਾ ਕਦੇ ਨਿਰਾਦਰ ਨਹੀਂ ਕਰਨਾ ਚਾਹੀਦਾ। ਜਿਹੜੇ ਬੱਚੇ ਸੱਚਮੁੱਚ ਹੀ ਭਾਵ ਭਗਤੀ ਵਿੱਚ ਜੁੜ ਜਾਂਦੇ ਆ ਨਾ, ਹੁਣ ਭਗਤ ਪ੍ਰਹਲਾਦ ਜੀ ਆਪਣੇ ਪਿਤਾ ਦਾ ਨਿਰਾਦਰ ਥੋੜੋ ਕੀਤਾ ਸੀ, ਭਾਵੇਂ ਪਿਤਾ ਨੇ ਕਿੰਨੀ ਵਾਰੀ ਮਾਰਨ ਦਾ ਯਤਨ ਕੀਤਾ ਸੀਗਾ, ਪਰਮੇਸ਼ਰ ਨੇ ਆਪ ਰੱਖਿਆ ਕੀਤੀ, ਪਰ ਫਿਰ ਵੀ ਭਗਤ ਜੀ ਨੇ ਇਹੀ ਕਿਹਾ ਸੀ ਨਾ, ਭਗਤ ਪ੍ਰਹਲਾਦ ਜੀ ਨੇ, ਮਹਾਰਾਜ ਆਖਰ ਮੇਰਾ ਪਿਤਾ ਹੈ, ਇਹਦੀ ਮਹਾਰਾਜ ਕਲਿਆਣ ਕਰੋ। ਤੇ ਫਿਰ ਮਹਾਰਾਜ ਨੇ ਆਖਿਆ ਸੀ, ਪ੍ਰਹਲਾਦ ਤੇਰੇ ਪਿਤਾ ਦੀ ਕੀ ਬਾਤ, ਅਸੀਂ ਤਾਂ ਤੇਰੀਆਂ 21 ਕੁੱਲਾਂ ਤਾਰ ਦਿੱਤੀਆਂ ਹਨ, ਗੁਰਬਾਣੀ ਨੇ ਗਵਾਹੀ ਦਿੱਤੀ ਹੈ। ਇਸ ਕਰਕੇ ਜਿਹੜੇ ਸਾਧ ਸੰਗਤ ਜੀ ਇਹ ਮਾਤਾ ਪਿਤਾ ਉਹਨਾਂ ਨੂੰ ਵੀ ਸਮਝ ਕਰਨੀ ਚਾਹੀਦੀ ਹੈ, ਤੇ ਜਿਹੜੇ ਭਾਈ ਬਾਣੀ ਪੜ੍ਹਦੇ ਹੈ ਉਹ ਮਾਤਾ ਪਿਤਾ ਦਾ ਉਹਨਾਂ ਨੂੰ ਨਿਰਾਦਰ ਨਹੀਂ ਕਰਨਾ ਚਾਹੀਦਾ। ਫਿਰ ਵੀ ਜੇ ਮਾਤਾ ਪਿਤਾ ਧਰਮ ਦੇ ਕਮਾਉਣ ਤੋਂ ਹੀ ਰੋਕਦੇ ਆ, ਬਾਣੀ ਦੇ ਪੜ੍ਹਨ ਤੋਂ ਹੀ ਰੋਕਦੇ ਆ, ਅੰਮ੍ਰਿਤ ਛਕਣ ਤੋਂ ਹੀ ਰੋਕਦੇ ਆ, ਫਿਰ ਇਹ ਆ ਵੀ ਨਿਰਾਦਰ ਨਾ ਕਰੇ, ਉਹਨਾਂ ਦਾ ਖਹਿੜਾ ਛੱਡ ਦੇਵੇ। ਇਹ ਗੱਲ ਜ਼ਰੂਰ ਹੈ ਕਿ ਭਈ ਜਿਹੜੇ ਬੇਮੁਖ ਕਰਦੇ ਆ ਗੁਰੂ ਸਾਹਿਬ ਤੋਂ, ਫਿਰ ਉਹਨਾਂ ਦਾ ਖਹਿੜਾ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਗੁਰੂ ਸਾਹਿਬ ਜੀ ਹੀ ਮਾਤਾ ਪਿਤਾ ਹਨ। ਜਿੱਥੇ ਧਰਮ ਦੀ ਸਿੱਖਿਆ ਦਿੰਦੇ ਆ ਠੀਕ, ਉੱਥੇ ਮਾਤਾ ਪਹਿਲੀ ਗੁਰੂ ਮੰਨੀ ਹੈ, ਪਰ ਜੇ ਧਰਮ ਦੀ ਸਿੱਖਿਆ ਹੀ ਨਾ ਦੇਵੇ ਤੇ ਕੀ ਵਸ ਹੈ। ਜੇ ਮਾਂ ਹੀ ਬੇਮੁਖ ਪੁਣੇ ਦਾ ਜ਼ਹਿਰ ਦੇ ਕਰਕੇ ਮਾਰਨਾ ਚਾਹੇ ਤਾਂ ਫਿਰ ਇਹ ਗੱਲ ਹੈ ਕਿ ਮਾਤਾ ਪਿਤਾ ਜਿਹੜੇ ਧਰਮ ਤੋਂ ਡਿੱਗਣ ਦਾ ਉਪਦੇਸ਼ ਦਿੰਦੇ ਆ ਜਾਂ ਧਰਮ ਤੋਂ ਡਲਾਉਂਦੇ ਆ, ਨਿਰਾਦਰ ਉਹਨਾਂ ਦਾ ਨਾ ਕਰੇ, ਪਰ ਉਹਨਾਂ ਤੋਂ ਫਿਰ ਆਪਣੇ ਆਪ ਨੂੰ ਵੱਖ ਕਰ ਲਵੇ। ਸਤਿਗੁਰੂ ਜੀ ਕਹਿੰਦੇ ਭਾਈ ਇਹ ਤੁਰੋਂ ਹੀ ਆਈ ਹੈ ਗੱਲ। ਮਹਾਰਾਜ ਸਾਹਿਬ ਜੀ ਨੂੰ ਪੁੱਛਦੇ ਸਿੱਖ ਤੇ ਹਜੂਰ ਫਰਮਾਉਂਦੇ ਹਨ, ਭਗਤਾਂ ਤੈ ਸਹਿ ਸਾਰਿਆ। ਮਹਾਰਾਜ ਕਹਿੰਦੇ ਭਾਈ ਜਿਹੜੇ ਵਾਹਿਗੁਰੂ ਦੀ ਭਗਤੀ ਕਰਦੇ ਆ ਉਹਨਾਂ ਦਾ ਸੁਭਾਅ ਹੈ ਨਾਮ ਰਸ ਲੈਣਾ, ਤੇ ਸੰਸਾਰੀਆਂ ਦਾ ਕੰਮ ਹੈ ਨਿੰਦਾ ਕਰਨੀ, ਵਿਸ਼ੇ ਰਸ ਭੋਗਣੇ, ਤੇ ਜੋੜ ਮਹਾਰਾਜ ਕਹਿੰਦੇ ਕਦੇ ਨਾ ਆਇਆ, ਕਦੇ ਵੀ ਇਹ ਜੋੜ ਬਣਦਾ ਹੀ ਨਹੀਂ। ਉਹ ਸੰਸਾਰ ਦੇ ਅੰਦਰ ਰਸਾਂ ਕਸਾਂ ਨੂੰ ਭੋਗਣ 'ਚ ਲੱਗੇ ਰਹਿੰਦੇ ਆ, ਭਗਤ ਨਾਮ ਰਸ ਵਿੱਚ ਲੱਗਦੇ ਆ, ਕਦੇ ਵੀ ਕਿਸੇ ਦੀ ਨਿੰਦਾ ਨਹੀਂ ਕਰਦੇ, ਬੜੀ ਹਲੀਮੀ ਰੱਖਦੇ ਆ। ਇਉਂ ਮਹਾਰਾਜ ਕਹਿੰਦੇ ਭਗਤਾਂ ਦੇ ਸੰਸਾਰੀਆਂ ਦਾ ਭਾਈ ਕਦੇ ਜੋੜ ਬਣਦਾ ਨਹੀਂ ਹੈ। ਇਸੇ ਕਰਕੇ ਸਾਧ ਸੰਗਤ ਜੀ ਜਿਹੜੇ ਹਕੂਮਤਾਂ ਦੇ ਕਰਨ ਵਾਲੇ ਆ ਨਾ, ਸੰਸਾਰਾਕਾਰ ਬਿਰਤੀ ਹੁੰਦੀ ਹੈ।
ਜਦੋਂ ਵੀ ਅੜਦੇ ਆ ਰੱਬ ਦੇ ਭਗਤ ਨਾਲ ਹੀ ਅੜ ਬੈਂਦੇ ਆ। ਹੁਣ ਭਗਤ ਨਾਮਦੇਵ ਜੀ ਨੇ ਸਲੇਮ ਬਾਦਸ਼ਾਹ ਦਾ ਕੀ ਵਿਗਾੜਿਆ ਸੀ, ਤੇ ਸਲੇਮ ਬਾਦਸ਼ਾਹ ਪਕੜ ਕੇ ਕਹਿੰਦਾ ਮਰੀ ਗਊ ਜਿੰਦੀ ਕਰਨੀ ਤੇ ਤੇਰੀ ਗਰਦਨ ਵੱਢੂੰਗਾ। ਦੱਸੋ ਇਹ ਹੁਣ ਭਗਤ ਜੀ ਨੇ ਕੀ ਵਿਗਾੜਿਆ ਸੀਗਾ ਉਹਦਾ? ਭਗਤ ਕਬੀਰ ਸਾਹਿਬ ਜੀ ਨੇ ਕੀ ਵਿਗਾੜਿਆ ਸੀਗਾ? ਤੋ ਬੰਨ ਬੰਨ ਕੇ ਜਿਹੜਾ ਹੈ ਗੰਗਾ 'ਚ ਸਿੱਟਦੇ ਸੀ, ਕਦੇ ਹਾਥੀ ਦੇ ਅੱਗੇ ਸਿੱਟਦੇ ਸੀਗੇ। ਇਉਂ ਭਗਤਾਂ ਤੇ ਸੰਸਾਰੀਆਂ ਦਾ ਜੋੜ ਨਹੀਂ ਕਦੇ ਪੈਂਦਾ। ਮਹਾਰਾਜ ਕਹਿੰਦੇ ਭਾਈ ਉਹ ਦਬਾਉਣਾ ਚਾਹੁੰਦੇ ਆ, ਤੇ ਭਗਤ ਜਿਹੜੇ ਹੁੰਦੇ ਆ ਨਾ ਅਸਲੀ ਭਗਤ, ਉਹ ਨਹੀਂ ਫਿਰ ਦਬਦੇ, ਉਹ ਤਾਂ ਪਰਮੇਸ਼ਰ ਨੂੰ ਭਾਈ ਵੇਖਦੇ ਹਰ ਥਾਂ ਦੇ ਉੱਤੇ, ਉਹ ਨਹੀਂ ਡਰ ਮੰਨਦੇ। ਇਵੇਂ ਸਾਧ ਸੰਗਤ ਜੀ ਆ ਜੂਨ ਦਾ ਮਹੀਨਾ ਹੁਣ ਚੜ੍ਹਨੀ ਵਾਲਾ ਹੈ, ਕਿਵੇਂ ਸਿੱਖ ਕੌਮ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਂਪੁਰਖਾਂ ਨੂੰ ਸਿੱਖਾਂ ਦੀ ਅਣਖ ਤੇ ਗੈਰਤ ਨੂੰ ਦਬਾਉਣ ਦਾ ਯਤਨ ਕੀਤਾ। ਇਹ ਜੋੜ ਪੈਂਦਾ ਨਹੀਂ ਹੈ, ਉਹਨਾਂ ਨੂੰ ਹਕੂਮਤ ਦਾ ਨਸ਼ਾ ਹੁੰਦਾ, ਇਧਰ ਭਗਤਾਂ ਨੂੰ ਆਪਣੀ ਭਗਤੀ ਦਾ ਪਰਮੇਸ਼ਰ ਦੇ ਪਿਆਰ ਦਾ ਨਸ਼ਾ ਹੈ। ਤੇ ਫਿਰ ਕਿਵੇਂ ਮਹਾਰਾਜ ਕਹਿੰਦੇ ਭਾਈ ਇਹ ਤਾਂ ਫਿਰ ਵਿਰੋਧੀ ਗੱਲ ਹੈ ਨਾ, ਫਿਰ ਇਹ ਜੋੜ ਪੈਂਦਾ ਨਹੀਂ। ਹਕੂਮਤ ਵਾਲੇ ਜ਼ੋਰ ਨਾਲ ਭਗਤਾਂ ਨੂੰ ਜਿਹੜਾ ਹੈ ਉਹ ਕੈਦ ਪਾਉਣਾ ਚਾਹੁੰਦੇ ਆ, ਨਿਮਾਉਣਾ ਚਾਹੁੰਦੇ ਆ, ਝੁਕਾਉਣਾ ਚਾਹੁੰਦੇ ਆ। ਉਹ ਸਮਝਦੇ ਕਿ ਆਕੜ ਕਰਦੇ ਆ, ਹਕੂਮਤ ਵਾਲੇ ਸੋਚਦੇ ਆ ਕਿ ਆਕੜ ਕਰਦੇ। ਜਿਵੇਂ ਭਾਈ ਤਾਰੂ ਸਿੰਘ ਸਾਹਿਬ ਜੀ ਨੂੰ ਕਿਹਾ ਸੀਗਾ, ਉਹ ਦੀਵਾਨ ਜਿਹੜਾ ਸੀਗਾ ਨਾ ਲਖਪਤ ਰਾਏ, ਉਹ ਕਹਿੰਦਾ ਤੇਰੇ 'ਚ ਆਕੜ ਬੜੀ ਹੈ। ਭਾਈ ਤਾਰੂ ਸਿੰਘ ਸਾਹਿਬ ਜੀ ਕਹਿੰਦੇ ਆਕੜ ਨਹੀਂ ਲਖਪਤ ਰਾਏ, ਇਹ ਮੇਰੇ ਗੁਰੂ ਜੀ ਦੀ ਦਿੱਤੀ ਹੋਈ ਸਿੱਖੀ ਦਾ ਸਿਦਕ ਵੈ, ਇਹ ਗੁਰੂ ਜੀ ਦਾ ਪਿਆਰ ਵੈ ਕਿ ਮੈਂ ਕਿਸੇ ਜਰਵਾਣੇ ਦੇ ਅੱਗੇ ਨਹੀਂ ਝੁਕਣਾ, ਮੇਰਾ ਸਿਰ ਕੇਵਲ ਗੁਰੂ ਮਹਾਰਾਜ ਸਾਹਿਬ ਜੀ ਦੇ ਅੱਗੇ ਝੁਕਦਾ ਹੈ। ਇਸ ਕਰਕੇ ਤੂੰ ਭਾਵੇਂ ਇਹਨੂੰ ਭੁਲੇਖੇ ਨਾਲ ਆਕੜ ਸਮਝਦਾ, ਪਰ ਇਹ ਆਕੜ ਨਹੀਂ, ਇਹ ਗੁਰੂ ਜੀ ਦਾ ਪਿਆਰ ਹੈ, ਸਿੱਖੀ ਸਿਦਕ ਵੈ। ਇਹ ਸਾਧ ਸੰਗਤ ਜੀ ਭਗਤਾਂ ਤੇ ਸੰਸਾਰੀਆਂ ਦਾ ਜੋੜ ਮਿਲਾਪ ਜਿਹੜਾ ਨਾ ਉਹ ਕਦੇ ਨਹੀਂ ਪੈਂਦਾ। ਤੇ ਜਿਹੜੇ ਸੰਸਾਰੀ ਹੈ ਵਿਸ਼ੇ ਰਸ ਨੂੰ ਭੋਗਦੇ ਆ, ਉਹਨਾਂ ਨੂੰ ਉਹੋ ਜਿਹੇ ਮਿੱਤਰ ਮਿਲਦੇ ਆ, ਉਹਨਾਂ ਨਾਲ ਬੜਾ ਮੈਤਰੀ ਭਾਵ ਕਰਦੇ ਆ, ਰਿਸ਼ਤੇਦਾਰੀਆਂ ਹਨ। ਜੇ ਕੋਈ ਰਿਸ਼ਤੇਦਾਰ ਵੀ ਇਹੋ ਜਿਹਾਂ ਦਾ ਗੁਰਮੁਖ ਹੋਵੇ, ਭਗਤ ਹੋਵੇ, ਉਹਨੂੰ ਕਹਿੰਦੇ ਛੱਡੋ ਜੀ, ਉਹਨੂੰ ਕਾਹਨੂੰ ਸੱਦਣਾ ਇੱਥੇ, ਐਵੇਂ ਬਾਣੀ ਪੜਨ ਲਾਏਗਾ ਸਾਰਿਆਂ ਨੂੰ। ਉਹ ਫਿਰ ਉੱਥੇ ਗੀਤ ਗਾਉਣੇ ਵਜਾਉਣੇ, ਭੰਗੜੇ ਪਾਉਣੇ, ਸ਼ਰਾਬਾਂ ਉਡਾਉਣੀਆਂ, ਉਹ ਫਿਰ ਨਹੀਂ ਜੋੜ ਹੀ ਨਹੀਂ ਨਾ ਪੈਂਦਾ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਰਾਹ ਭਗਤੀ ਪ੍ਰੇਮ ਵਾਲਾ ਹੈ, ਉਹਨਾਂ ਦਾ ਵਿਸ਼ਿਆਂ ਵਕਾਰਾਂ ਵਾਲਾ ਹੈ, ਜੋੜ ਕਦੇ ਨਾ ਆਇਆ। ਕਦੇ ਵੀ ਮਹਾਰਾਜ ਕਹਿੰਦੇ ਜੋੜ ਨਹੀਂ ਭਾਈ ਪੈਂਦਾ, ਉਹਨਾਂ ਦਾ ਪ੍ਰੇਮ ਨਹੀਂ ਪੈਂਦਾ, ਵਿਰੋਧ ਰਹਿੰਦਾ ਹੈ। ਕਰਤਾ ਆਪ ਅਭੁੱਲ ਹੈ, ਕਰਤਾ ਪੁਰਖ ਮਹਾਰਾਜ ਕਹਿੰਦੇ ਆਪ ਅਭੁੱਲ ਹੈ ਭਾਈ, ਉਹ ਕਦੇ ਭੁੱਲ ਨਹੀਂ ਕਰਦਾ ਏ। ਨਾ ਭੁੱਲੇ ਕਿਸੇ ਦਾ ਭੁਲਾਇਆ, ਕਿਸੇ ਦਾ ਭੁਲਾਇਆ ਹੋਇਆ ਵੀ। ਜਿਵੇਂ ਸਾਧ ਸੰਗਤ ਜੀ ਕੋਈ ਬੜੇ ਸਿਆਣੇ ਹੋਣ ਤੇ ਕੋਈ ਉਹਨਾਂ ਕੋਲ ਭੁੱਲ ਕਰਾ ਦਿੰਦਾ ਨਾ, ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪੌੜੀ ਵਿੱਚ ਕਹਿੰਦੇ ਆ ਉਹ ਕਿਸੇ ਦਾ ਭੁਲਾਇਆ ਹੋਇਆ ਵੀ ਭੁੱਲਦਾ ਨਹੀਂ ਹੈ ਨਿਰੰਕਾਰ, ਕਿ ਕੋਈ ਉਹਨੂੰ ਭੁਲਾ ਸਕਦਾ ਹੋਵੇ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਮਹਾਰਾਜ ਕਹਿੰਦੇ ਭਾਈ ਗੁਰੂ ਸਾਹਿਬ ਨਹੀਂ ਭੁੱਲ ਕਰਦੇ, ਤੇ ਕਰਤਾਰ ਨਿਰੰਕਾਰ ਨਹੀਂ ਭੁੱਲ ਕਰਦਾ ਕਦੇ ਵੀ। ਸੱਚੇ ਪਾਤਸ਼ਾਹ ਜੀ ਕਹਿੰਦੇ ਹੋਰ ਸਭ ਭੁੱਲਣ ਵਿੱਚ ਆਉਂਦੇ ਆ, ਭਗਤ ਆਪੇ ਮੇਲਿਆਨ। ਭਗਤਾਂ ਨੂੰ ਆਪ ਹੀ ਮੇਰਾ ਵਾਹਿਗੁਰੂ ਆਪਣੇ ਸਰੂਪ ਵਿੱਚ ਮੇਲ ਲੈਂਦਾ ਹੈ, ਆਪਣਾ ਆਪ ਹਰ ਥਾਂ ਤੇ ਦਿਖਾ ਦਿੰਦਾ ਹੈ ਕਿ ਤੂੰ ਮੇਰੇ ਤੋਂ ਦੂਰ ਨਹੀਂ, ਮੈਂ ਤੇਰੇ ਤੋਂ ਦੂਰ ਨਹੀਂ ਹਾਂ। ਇਹਨਾਂ ਮਹਾਰਾਜ ਆਪਣੇ ਆਪ ਵਿੱਚ ਅਭੇਦ ਕਰ ਲੈਂਦੇ ਆ ਕਿ ਕਦੇ ਵੀ ਭਗਤ ਨੂੰ ਪਰਮੇਸ਼ਰ ਦੂਰ ਨਹੀਂ ਦਿਖਾਈ ਦਿੰਦਾ। ਜਿਵੇਂ ਭਗਤ ਪ੍ਰਹਲਾਦ ਜੀ ਨੂੰ ਅੱਗ ਵਿੱਚ ਹੀ ਮਹਾਰਾਜ ਦਿਸਦੇ ਸੀਗੇ, ਫਿਰ ਤਪੇ ਥੰਮ ਵਿੱਚ ਮਹਾਰਾਜ ਦਿਖਾਈ ਦਿੰਦੇ ਸੀਗੇ। ਇਉਂ ਮਹਾਰਾਜ ਕਹਿੰਦੇ ਭਗਤਾਂ ਨੂੰ ਪ੍ਰੀਤ ਦੀ ਰੀਤ ਨਾਲ ਆਪ ਹੀ ਮੇਰਾ ਵਾਹਿਗੁਰੂ ਆਪਣੇ ਵਿੱਚ ਮੇਲ ਲੈਂਦਾ ਏ। ਜਿਨੀ ਸੱਚੋ ਸੱਚ ਕਮਾਇਆ, ਧੰਨ ਹਨ ਉਹ ਭਗਤ ਜਿਨ੍ਹਾਂ ਨੇ ਕੇਵਲ ਨਿਸ਼ਚੈ ਕਰਕੇ ਸੱਚ ਨੂੰ ਹੀ ਕਮਾਇਆ ਹੈ, ਸੱਚੋ ਨਿਸ਼ਚੈ ਕਰਕੇ ਸੱਚ ਨੂੰ ਹੀ ਕਮਾਇਆ। ਹੋਰ ਕੋਈ ਉਹਨਾਂ ਨੇ ਨਿਰੋਲ ਸੱਚ ਦੀ ਕਮਾਈ ਕੀਤੀ ਹੈ, ਹੋਰ ਕਿਸੇ ਪਾਸੇ ਧਿਆਨ ਨਹੀਂ ਆਪਣਾ ਲਾਇਆ। ਸਹਿ ਸਾਰੀ ਆਪ ਖੁਆਏ। ਜਿਹੜੇ ਸੰਸਾਰੀ ਹੈ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਨੇ ਆਪ ਹੀ ਭੁਲਾ ਛੱਡੇ ਆਪਣੇ ਸਰੂਪ ਵੱਲੋਂ, ਆਪਣੀ ਸਤ ਸੰਗਤ ਵੱਲੋਂ ਆਪ ਹੀ ਖੁਆ ਦਿੱਤੇ, ਭੁਲਾ ਦਿੱਤੇ ਆ ਭਗਤ ਦੀ ਪ੍ਰੀਤ ਵੱਲੋਂ। ਜਿਨੀ ਕੂੜ ਬੋਲ ਬੋਲ ਬਿਖ ਖਾਇਆ, ਜਿਨ੍ਹਾਂ ਨੇ ਝੂਠ ਬੋਲ ਬੋਲ ਕਰਕੇ ਵਿਸ਼ਿਆਂ ਵਕਾਰਾਂ ਦਾ ਜ਼ਹਿਰ ਹੀ ਖਾਦਾ ਹੈ, ਤੇ ਉਹ ਫਿਰ ਮਹਾਰਾਜ ਭੁਲਾ ਹੀ ਛੱਡੇ ਆ। ਇਹੋ ਜੀ ਹਾਲਤ ਉਹਨਾਂ ਦੀ ਕਰ ਦਿੱਤੀ ਹੈ। ਇਉਂ ਸਾਧ ਸੰਗਤ ਜੀ ਜਿਨ ਝੂਠ ਹੀ ਬੋਲਣਾ ਤੇ ਝੂਠ ਬੋਲ ਬੋਲ ਕਰਕੇ ਵਕਾਰਾਂ ਰੂਪੀ ਜ਼ਹਿਰ ਹੀ ਖਾਣੀ, ਉਹਨੂੰ ਪਰਮੇਸ਼ਰ ਕਿੱਥੋਂ ਚੇਤੇ ਆ ਜਾਏਗਾ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਝੂਠ ਬੋਲ ਬੋਲ ਕਰਕੇ
ਜ਼ਹਿਰ ਖਾਧੀ ਹੈ ਵਿਸ਼ਿਆਂ ਵਿਕਾਰਾਂ ਦੀ। ਵਾਹਿਗੁਰੂ ਨੇ ਆਪ ਹੀ ਭੁਲਾ ਛੱਡੇ ਇਹੋ ਜੇ ਸੰਸਾਰੀ। ਉਹ ਰਾਤ ਦਿਨ ਇਹੀ ਲੱਗੇ ਰਹਿੰਦੇ ਐ, ਬੱਚਿਆਂ ਨੂੰ ਵੀ ਇਹੋ ਕੁਝ ਹੀ ਅਗਾਂਹ ਸਿਖਾਉਂਦੇ ਰਹਿੰਦੇ ਐ। ਤੇ ਸਾਧ ਸੰਗਤ ਜੀ ਬਚਪਨ ਤੋਂ ਲੈ ਕੇ ਇਹੋ ਜੇ ਸੰਸਕਾਰ ਪੈ ਜਾਂਦੇ ਐ। ਜਿਹੋ ਜੇ ਮਾਂ ਪਿਓ ਵਿਕਾਰੀ ਉਹੋ ਜੇ ਬੱਚੇ ਅੱਗੇ ਵਿਕਾਰੀ। ਇਹੋ ਜੀ ਬੁਰੀ ਹਾਲਤ ਹੁੰਦੀ ਹੈ ਤੇ ਪਾਪਾਂ ਵਿੱਚ ਹੀ ਗ੍ਰਸਤ ਹੋ ਜਾਂਦੀਆਂ ਕੁੱਲਾਂ ਦੀਆਂ ਕੁੱਲਾਂ। ਕੋਈ ਭਾਵ ਭਗਤੀ ਦੀ ਪ੍ਰੀਤ ਹੀ ਨਹੀਂ ਪਾਉਂਦਾ। ਚੱਲਣ ਸਾਰ ਨਾ ਜਾਣਨੀ। ਮਹਾਰਾਜ ਕਹਿੰਦੇ ਭਾਈ ਚੱਲਣ ਦੀ ਸਾਰ ਜਿਹੜੀ ਹੈ ਨਾ ਸੋਝੀ, ਉਹ ਜੀਵ ਜਾਣਦਾ ਹੀ ਨਹੀਂ। ਇਹ ਸੰਸਾਰੀ ਜਿਹੜਾ ਨਾ ਸੰਸਾਰ ਤੋਂ ਜਿਹੜਾ ਚੱਲਣਾ ਹੈ, ਮ੍ਰਿਤਿਉ ਕਾਲ ਹੈ, ਮਹਾਰਾਜ ਕਹਿੰਦੇ ਭਾਈ ਉਹਦੀ ਸਾਰ ਖਬਰ ਨਹੀਂ ਜਾਣਦਾ। ਕਾਮ ਕ੍ਰੋਧ ਵਿਸ ਵਧਾਇਆ। ਤੇ ਕਾਮ ਤੇ ਕ੍ਰੋਧ ਦੀ ਵਿਸ ਜਿਹੜੀ ਜ਼ਹਿਰ ਹੈ ਉਹ ਦਿਨੋਂ ਦਿਨ ਮਹਾਰਾਜ ਕਹਿੰਦੇ ਅੰਦਰ ਵਧਾਇਆ, ਉਹਨੂੰ ਵਧਾਈ ਜਾਂਦਾ ਹੈ। ਇਹ ਜੇ ਇਹਦਾ ਉਪਰਾਲਾ ਨਾ ਕਰੇ, ਜਿੰਨੇ ਵਕਾਰ ਸਾਧ ਸੰਗਤ ਜੀ ਇਉਂ ਬਚਪਨ ਚ ਉਹਨੇ ਵਕਾਰ ਨਹੀਂ ਹੁੰਦੇ ਜਿੰਨੇ ਜਵਾਨੀ ਵਿੱਚ ਆ ਜਾਂਦੇ ਆ। ਫਿਰ ਉਹਨੇ ਜਵਾਨੀ ਚ ਨਹੀਂ ਹੁੰਦੇ ਜਿੰਨੇ ਬਿਰਧ ਅਵਸਥਾ ਵਿੱਚ ਜਾ ਕਰਕੇ ਆ ਜਾਂਦੇ ਆ। ਕਿਉਂਕਿ ਜਿਵੇਂ ਜਿਵੇਂ ਕਹਿੰਦੇ ਸੱਪ ਦੀ ਉਮਰ ਵੱਧਦੀ ਹੈ, ਤਿਵੇਂ ਤਿਵੇਂ ਕਹਿੰਦੇ ਜੇ ਕ੍ਰੋਧ ਦਾ ਤੇ ਕਾਮ ਦਾ ਫੁਰਨਾ ਅੰਦਰੋਂ ਨਿਵਰਤੀ ਨਹੀਂ ਕੀਤਾ, ਭਜਨ ਕਰ ਕਰਕੇ ਇਹਨਾਂ ਨੂੰ ਦਗਦ ਨਹੀਂ ਕੀਤਾ, ਤੇ ਫਿਰ ਕੀ ਹੁੰਦਾ? ਇਹ ਤਾਂ ਫਿਰ ਮਹਾਰਾਜ ਕਹਿੰਦੇ ਇਹਨਾਂ ਦੀ ਵਿਸ ਜ਼ਹਿਰ ਜਿਹੜੀ ਅੰਦਰ ਵੱਧਦੀ ਜਾਂਦੀ ਹੈ। ਜਿਨ੍ਹਾਂ ਨੇ ਸਤਸੰਗਤ ਨਹੀਂ ਕੀਤੀ, ਨਾਮ ਨਹੀਂ ਜਪਿਆ, ਜਿੰਨੀ ਬਿਰਧ ਅਵਸਥਾ ਹੁੰਦੀ ਹੈ ਨਾ, ਉਹ ਭਗਤ ਜੀ ਨੇ ਕਿਹਾ ਕਿ ਲੋਚਨ ਸ਼ਰਮਹਿ ਬੁੱਧ ਬਲ ਨਾਠੀ ਤਾਂ ਕਾਮ ਪਵਸ ਮਧਾਣੀ। ਉਦੋਂ ਫਿਰ ਕਾਮ ਦਾ ਰਿੜਕਣਾ ਅੰਦਰ ਪੈ ਜਾਂਦਾ ਹੈ, ਹੱਥ ਹਿਲਦੇ ਆ, ਬਿਰਧੀ ਅਵਸਥਾ ਕਰਕੇ ਨੇਤਰ ਬਹਿ ਜਾਂਦੇ ਆ, ਬਹੁਤ ਜ਼ਿਆਦਾ ਸਰੀਰ ਸਿਥਲ ਹੋ ਜਾਂਦਾ ਹੈ। ਤਾਂ ਫਿਰ ਅੰਦਰ ਕਾਮ ਦੇ ਫੁਰਨੇ ਜਿਹੜੇ ਪੀੜਤ ਕਰਦੇ ਆ, ਬੁਰੀ ਹਾਲਤ ਕਰਦੇ ਆ। ਮਹਾਰਾਜ ਕਹਿੰਦੇ ਭਾਈ ਇਉਂ ਪੜ੍ਹ ਦਿਓ ਫਿਰ ਕਾਮ ਕ੍ਰੋਧ ਵਿਸ ਵਧਾਇਆ। ਪੂਰੀ ਪੰਕਤੀ ਪੜੋ। ਚੱਲਣ ਸਾਰ ਨਾ ਜਾਣਨੀ। ਮਹਾਰਾਜ ਕਹਿੰਦੇ ਸੰਸਾਰ ਤੋਂ ਮਰ ਕੇ ਜਾਣ ਦੀ ਜਿਹੜੀ ਸਾਰ ਖਬਰ ਵੈ ਉਹ ਜਾਣਦੇ ਹੀ ਨਹੀਂ ਹਨ ਕਿ ਸੰਸਾਰ ਤੋਂ ਇੱਕ ਦਿਨ ਮ੍ਰਿਤਿਉ ਵੀ ਹੋਣੀ ਹੈ। ਕਾਮ ਕ੍ਰੋਧ ਵਿਸ ਵਧਾਇਆ। ਕਾਮ ਕ੍ਰੋਧ ਦੀ ਵਿਸ ਜ਼ਹਿਰ ਜਿਹੜੀ ਹੈ ਬਹੁਤ ਜ਼ਿਆਦੀ ਉਹਨਾਂ ਨੂੰ ਵਧਾ ਲਿਆ ਅੰਦਰ, ਤੇ ਇੱਥੇ ਹੀ ਵਿਸ਼ੇ ਵਿਕਾਰਾਂ ਨੂੰ ਭੋਗਦੇ ਹੋਏ ਇਹ ਸਰੀਰ ਸਗੋਂ ਸਿਥਲ ਕੱਟ ਛੱਡਿਆ ਵਿਕਾਰਾਂ ਨੇ। ਪਰ ਫਿਰ ਵੀ ਇੰਨਾ ਗਾਫਲ ਮਨ ਹੈ, ਇੰਨਾ ਗਿਆਨ ਨੇ ਮੱਤ ਮਾਰੀ ਹੈ, ਸਮਝ ਹੀ ਨਹੀਂ ਆਉਂਦੀ, ਖਬਰ ਹੀ ਨਹੀਂ ਪਤਾ ਲੱਗਦੀ ਕਿ ਮਰ ਵੀ ਜਾਣਾ ਹੈ। ਭਗਤ ਕਰਨ ਹਰ ਚਾਕਰੀ। ਮਹਾਰਾਜ ਕਹਿੰਦੇ ਭਾਈ ਹੁਣ ਵੇਖੋ, ਇਹ ਤਾਂ ਸੰਸਾਰੀਆਂ ਦੀ ਹਾਲਤ ਸੀ ਨਾ, ਕਿ ਐਸੀ ਹਾਲਤ ਹੈ ਜਿਹੜੇ ਭਗਤ ਹੈ ਉਹ ਪਰਮੇਸ਼ਰ ਦੀ ਚਾਕਰੀ ਕਰਦੇ ਆ, ਨੌਕਰੀ ਕਰਦੇ ਆ। ਕਿਵੇਂ ਕਰਦੇ ਆ ਨੌਕਰੀ? ਮਹਾਰਾਜ ਦੱਸਦੇ ਹਨ, ਜਿਨੀ ਅਨ ਦਿਨ ਨਾਮ ਧਿਆਇਆ। ਰਾਤ ਦਿਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਨੌਕਰੀ ਕਰਦੇ ਆ ਮਹਾਰਾਜ ਦੀ। ਉਹ ਵਾਹਿਗੁਰੂ ਨੂੰ ਸਨਮੁਖ ਜਾਣ ਕਰਕੇ, ਹਾਜ਼ਰ ਨਾਜ਼ਰ ਜਾਣ ਕਰਕੇ, ਸਦਾ ਹੀ ਰਾਤ ਦਿਨ ਅਨ ਦਿਨ ਹਰ ਵੇਲੇ ਮਹਾਰਾਜ ਕਹਿੰਦੇ ਭਾਈ ਨਾਮ ਨੂੰ ਹੀ ਧਿਆਉਂਦੇ ਰਹਿੰਦੇ ਆ। ਉਹ ਨਿਰੰਕਾਰ ਦੀ ਇਹ ਚਾਕਰੀ ਕਰਦੇ ਆ, ਵਾਹਿਗੁਰੂ ਦੀ ਚਾਕਰੀ ਕਰਦੇ ਆ, ਕਿਸੇ ਹੋਰ ਦੀ ਚਾਕਰੀ ਨਹੀਂ ਕਰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਭਗਤਾਂ ਦਾ ਸੁਭਾਅ ਹੈ, ਵਾਹਿਗੁਰੂ ਦੀ ਨੌਕਰੀ ਕਰਦੇ ਰਹਿੰਦੇ ਆ। ਦਾਸਨ ਦਾਸਾ ਹੋਇ ਕੈ। ਫਿਰ ਦਾਸਾਂ ਦੇ ਵੀ ਦਾਸ ਹੋ ਕਰਕੇ, ਮਹਾਰਾਜ ਦੇ ਸੇਵਕਾਂ ਦੇ ਵੀ ਸੇਵਕ ਬਣ ਗਏ, ਇੰਨੇ ਨਿਮਰੀ ਭੂਤ ਹੋ ਕਰਕੇ। ਜਿਨੀ ਵਿੱਚ ਉਹ ਆਪ ਗਵਾਇਆ। ਉਹ ਭਗਤ ਮਹਾਰਾਜ ਕਹਿੰਦੇ ਬਣਦੇ ਆ ਜਿਨ੍ਹਾਂ ਨੇ ਵਿੱਚੋਂ ਆਪਣਾ ਆਪ ਹੀ ਗਵਾ ਦਿੱਤਾ, ਹਉਮੈ ਸਾਰੀ ਗਵਾ ਦਿੱਤੀ ਹੈ। ਮਹਾਰਾਜ ਕਹਿੰਦੇ ਭਾਈ ਉਹ ਭਗਤ ਜਿਹੜੇ ਆ ਬਣ ਜਾਂਦੇ ਆ, ਵਾਹਿਗੁਰੂ ਦੇ ਦਰ ਕਬੂਲ ਪੈਂਦੇ ਆ। ਉਹਨਾਂ ਖਸਮੈ ਕੈ ਦਰ ਮੁਖ ਉਜਲੇ। ਖਸਮ ਦੇ ਦਰ ਵਿੱਚ ਮਹਾਰਾਜ ਕਹਿੰਦੇ ਸੱਚਖੰਡ ਵਿੱਚ ਉਹਨਾਂ ਦੇ ਮੁਖ ਉਜਲੇ ਹੁੰਦੇ ਆ। ਤੇ ਜਿਹੜੇ ਸੰਸਾਰੀ ਐ ਇੱਥੇ ਤਾਂ ਭਗਤਾਂ ਦੀ ਨਰਾਦਰੀ ਕਰਨ ਪੈਂਦੇ ਆ, ਕਰ ਤਾਂ ਸਕਦੇ ਨਹੀਂ, ਪਰ ਯਤਨ ਬੜਾ ਕਰਦੇ ਆ ਕਿ ਇਹਨੂੰ ਨਵਾ ਦਈਏ, ਝੁਕਾ ਦਈਏ ਤੇ ਇਹਦੀ ਆਕੜ ਭੰਨੀਏ। ਇਸ ਤਰ੍ਹਾਂ ਦੀਆਂ ਉਹਨਾਂ ਦੇ ਹਕੂਮਤ ਵਾਲਿਆਂ ਦੇ ਮਨ ਵਿੱਚ ਹੁੰਦੀਆਂ ਗੱਲਾਂ। ਪਰ ਸਤਿਗੁਰੂ ਜੀ ਕਹਿੰਦੇ ਭਾਈ ਪਰਲੋਕ ਵਿੱਚ ਫਿਰ ਇਹਨਾਂ ਨੂੰ, ਹਕੂਮਤ ਦੇ ਨਸ਼ੇ ਕਰਨ ਵਾਲਿਆਂ ਨੂੰ ਫਿਰ ਜਮਾਂ ਦੀ ਮਾਰ ਪੈਂਦੀ ਹੈ। ਪਰ ਜਿਹੜੇ ਭਗਤ ਹੈ ਵਾਹਿਗੁਰੂ ਦੇ, ਉਹਨਾਂ ਨੂੰ ਮਹਾਰਾਜ ਕਹਿੰਦੇ ਭਾਈ ਸੱਚਖੰਡ ਵਿੱਚ ਉਹਨਾਂ ਦਾ ਮੁਖ ਉਜਲਾ ਹੁੰਦਾ ਹੈ, ਸੁਰਖਰੂ ਹੋ ਕਰਕੇ ਸੰਸਾਰ ਤੋਂ ਜਾਂਦੇ ਹੈ, ਉਹਨਾਂ ਦੇ ਉੱਤੇ ਕੋਈ ਬੋਝ ਨਹੀਂ ਹੁੰਦਾ। ਪਰ ਜਿਹੜੇ ਸੰਸਾਰੀ ਹੈ ਕਿੰਨੇ ਬੋਝ ਨਾਲ ਜਾਂਦੇ ਹੈ।
ਵਿਕਾਰਾਂ ਦੇ ਪਾਪਾਂ ਦੇ ਬੋਝ ਨਾਲ ਹੀ ਲੱਦੇ ਹੋਏ ਇੱਥੋਂ ਜਾਂਦੇ ਆ। ਸੱਚੇ ਸ਼ਬਦ ਸੁਹਾਇਆ, ਸੱਚੇ ਸ਼ਬਦ ਨਾਲ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਜੀਵਨ ਬੜਾ ਹੀ ਸੁਹਾਇਆ ਹੈ, ਸੋਭਨੀਕ ਹੋਇਆ ਹੈ। ਇਹੋ ਜਿਹਾ ਉਹਨਾਂ ਦਾ ਮਹਾਰਾਜ ਕਹਿੰਦੇ ਸਰੂਪ ਸੁਹਾਇਆ ਹੈ। ਇਹ ਸੱਚੇ ਸ਼ਬਦ ਦੀ ਬਰਕਤ ਹੈ, ਸੱਚੇ ਸ਼ਬਦ ਦੀ ਉਹਨਾਂ ਕਮਾਈ ਕੀਤੀ ਹੈ। ਤਾਂ ਮਹਾਰਾਜ ਕਹਿੰਦੇ ਭਾਈ ਲੋਕ ਪ੍ਰਲੋਕ ਵਿੱਚ ਉਹਨਾਂ ਦਾ ਸਰੂਪ ਸੁਹਾਇਆ, ਬੜੇ ਸੋਭਨੀਕ ਹੋਏ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਦਾ ਭਗਤਾਂ ਦਾ ਪ੍ਰਤਾਪ ਦਿਖਾਇਆ ਤੇ ਸੰਸਾਰੀਆਂ ਦੀਆਂ ਆਦਤਾਂ ਤੇ ਸੁਭਾਅ ਦਿਖਾ ਕੇ ਮਹਾਰਾਜ ਦੱਸਿਆ ਕਿ ਭਾਈ ਇਹ ਜੋੜ ਮਿਲਾਪ ਕਿਉਂ ਨਹੀਂ ਹੁੰਦਾ। ਹੁਣ ਵਿਰੋਧੀ ਤੱਤ ਹੈ ਤੇ ਵਿਰੋਧੀ ਤੱਤ ਕਿਵੇਂ ਆਪਸ ਵਿੱਚ ਮਿਲ ਸਕਦੇ ਹੈ, ਇਹ ਮਹਾਰਾਜ ਜੀ ਨੇ ਦੱਸਿਆ। ਸਿੱਖੋ, ਇਹ ਧੁਰੋਂ ਹੀ ਪਰਮੇਸ਼ਰ ਨੇ ਜਿਹੜੀ ਹੈ ਇਹ ਰੀਤ ਬਣਾਈ ਹੈ। ਭਗਤਾਂ ਤੇ ਸੰਸਾਰੀਆਂ ਦਾ ਜੋੜ ਨਹੀਂ ਪੈਂਦਾ ਹੈ। ਇਹ ਕਾਰਨ ਹਨ, ਉਹਨਾਂ ਵਿੱਚ ਆਹ ਔਗਣ ਹੁੰਦੇ ਹੈ, ਭਗਤਾਂ ਵਿੱਚ ਆਹ ਗੁਣ ਹੁੰਦੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜੋੜ ਨਹੀਂ ਬਣਦਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਪਵਿੱਤਰ ਉਪਦੇਸ਼ ਬਖਸ਼ਿਆ। ਹਜੂਰ ਰਹਿਮਤ ਕਰਨ ਮਹਾਰਾਜ ਜੀ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ ਚ ਵਸੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਦਾਸਨ ਦਾਸਾ ਹੋਏ ਕੈ, ਜਿਨ ਵਿੱਚ ਉਹ ਆਪ ਗਵਾਇਆ। ਉਹਨਾਂ ਖਸਮੈ ਕੈ ਦਰ ਮੁਖ ਉਜਲੇ, ਸੱਚੇ ਸ਼ਬਦ ਸੁਹਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।